ਦਿਜਬਰ ਖੇਡਾ ਸੋਏ ਨੀ, ਦੁਰਗਾ ਭਗਤ ਵਿਸਾਲ। ਨਿਤ ਪ੍ਰਦ ਪੂਜਾ ਬੋ ਕਰੇ, ਧਰੇ ਗਿਆਨ ਸਭ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਬਨ ਬੜਾਈ, ਜੋ ਤੂੰ ਦੇਹ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇਹ 부ਝਾਈ। ਜੈਸੇ ਸੱਚ ਮੈਂ ਰਹੂੰ ਰਜਾਈ। ਪਾਕ ਪਰਵਰਦਗਾਰ ਵਾਲੀਏ ਦੋ ਜਹਾਨ, ਨੂਰੇ ਸਰਬਰੇ ਕਾਇਨਾਤ। ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਅੰਦਰ ਔਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਸਮੇਂ ਦੇ ਦੀਵਾਨਾਂ 'ਚ ਜੁੜ ਬੈਠੀ, ਹਾਜ਼ਰੀਆਂ ਭਰ ਰਹੀ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ, ਵੱਡੇ ਭਾਗ ਹਨ। ਨਿਤਾ ਪ੍ਰਤੀ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਾਹਿਬਾਂ ਦਾ ਪਾਵਨ ਇਤਿਹਾਸ, ਦੀਨ ਤੇ ਦੁਨੀਆ ਦੇ ਮਾਲਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਔਰ ਨਿਆਸਰਿਆਂ ਦੇ ਆਸਰੇ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੀਵਨ ਕਥਾ ਬਹੁਤ ਹੀ ਸਤਿਕਾਰ ਸਾਹਿਤ, ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੀ ਪਾਵਨ ਵਡਿਆਈ ਉਜਾਗਰ ਹੋ ਰਹੀ ਹੈ। ਇੱਕ ਪ੍ਰੇਮੇ ਨਾਮ ਦਾ ਕੁਸ਼ਟੀ ਹੈ, ਸਰੀਰ ਤੇ ਕੋੜ ਪਿਆ ਹੋਇਆ। ਉਸ ਕੁਸ਼ਟ ਦੇ ਰੋਗ ਕਰਕੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਝੜ ਚੁੱਕੀਆਂ ਨੇ। ਨਾ ਇਹਦਾ ਪਿਤਾ ਹੈ, ਨਾ ਮਾਤਾ ਹੈ, ਨਾ ਕੋਈ ਭਾਈ ਹੈ। ਨਗਰ ਦੇ ਲੋਕ ਇਹਦੀ ਦਸ਼ਾ ਵੇਖ ਕੇ ਇਹਦੇ ਤੋਂ ਗਿਲਾਨੀ ਕਰਦੇ ਨੇ। ਕੋਈ ਇਹਦੇ ਨੇੜੇ ਨਹੀਂ ਜਾਂਦਾ। ਗਲ ਵਿੱਚ ਇੱਕ ਮਿੱਟੀ ਦਾ ਬਰਤਨ ਪਾਇਆ ਹੋਇਆ ਹੈ। ਦੂਰੋਂ ਹੀ ਵਗਾ ਕੇ ਇੱਕ ਅੱਧੀ ਰੋਟੀ ਇਹਦੇ ਬਰਤਨ ਵਿੱਚ ਕੋਈ ਸੁੱਟ ਦਿੰਦਾ ਤਾਂ ਖਾ ਲੈਂਦਾ। ਪ੍ਰੇਮੇ ਕੋੜੀ ਨੇ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਸੁਣੀ। ਸੁਣ ਕੇ ਸਤਿਗੁਰਾਂ ਦੇ ਦਰਸ਼ਨਾਂ ਦਾ ਚਾਉ ਜਾਗਿਆ। ਰੀਝ ਰੀਝ ਕੇ ਗੁਰੂ ਸਾਹਿਬ ਜੀ ਦੀ ਪਾਵਨ ਉਪਮਾ ਦੇ ਵਿੱਚ ਸ਼ਬਦ ਗਾਉਂਦਾ ਹੈ ਔਰ ਇੱਕੋ ਪੰਕਤੀ ਪੜ੍ਹਦਾ, ਮੇਰਾ ਗਿਆ ਕਛੋਟਾ ਲੱਧਾ। ਲੋਕ ਸੁਣ ਕੇ ਹੈਰਾਨ ਹੁੰਦੇ ਨੇ ਵੀ ਇਹ ਗਾਉਂਦਾ ਕੀ ਹੈ, ਸਮਝ ਨਹੀਂ ਆਉਂਦੀ। ਕਿ ਸਰਦਾ ਆਪਣੇ ਨਗਰ ਤੋਂ ਗੋਇੰਦਵਾਲ ਸਾਹਿਬ ਆ ਪਹੁੰਚਿਆ। ਦੀਨ ਦੁਨੀਆ ਦੇ ਮਾਲਕ ਨੂੰ ਆਰਾਧਨ ਕਰਕੇ ਯਾਦ ਕਰਦਾ, ਸਿਮਰਦਾ। ਸਿੱਖਾਂ ਨੇ ਆਖਿਆ ਗੁਰੂ ਸਾਹਿਬ ਦੇ ਦਰਬਾਰ 'ਚ ਕੁਸ਼ਤੀ ਨਹੀਂ ਜਾ ਸਕਦੇ, ਕਿਉਂਕਿ ਤੇਰੇ ਸਰੀਰ ਦੀ ਹਾਲਤ ਜਿਹੜੀ ਹੈ ਉਹ ਬੜੀ ਭੈੜੀ ਬਣੀ ਹੋਈ ਹੈ। ਸਰੀਰ ਵਿੱਚੋਂ ਬਦਬੂ ਆਉਂਦੀ ਹੈ, ਪੂੰ ਵਗਦੀ ਹੈ।
ਤਨ ਤੇਰੇ ਤੇ ਮੱਖੀਆਂ ਭਿਣ ਭਿਣਾਉਂਦੀਆਂ ਨੇ। ਇਹੋ ਜੀ ਹਾਲਤ ਵਿੱਚ ਤੂੰ ਗੁਰੂ ਦਰਬਾਰ 'ਚ ਨਹੀਂ ਜਾ ਸਕਦਾ। ਹਾਂ, ਜੇ ਸਤਿਗੁਰੂ ਜੀ ਤਰਸ ਕਰਕੇ ਬੁਲਾ ਲੈਣ ਤਾਂ ਗੱਲ ਵੱਖਰੀ ਹੈ। ਦਰਵਾਜ਼ੇ ਤੇ ਬੈਠਾ ਦਰਸ਼ਨੀ ਡਿਉਢੀ ਤੇ ਗਾਈ ਜਾਂਦਾ, ਮੇਰਾ ਗਿਆ ਕਛੋਟਾ ਲੱਦਾ। ਸਿੱਖ ਬਾਰ-ਬਾਰ ਪ੍ਰੇਮ ਨਾਲ ਇਹਨੂੰ ਘਵਾਉਂਦੇ ਨੇ ਵੀ ਦੁਬਾਰਾ ਗਾ। ਇਹ ਫਿਰ ਗਾਉਂਦਾ ਹੈ। ਗਾਉਂਦਾ ਗਾਉਂਦਾ ਬੇਸੁੱਧ ਹੋ ਕੇ ਜ਼ਮੀਨ ਤੇ ਵੀ ਡਿੱਗ ਪੈਂਦਾ। ਤਰਸ ਕਰਕੇ ਹੀ ਸਿੱਖ ਕੋਈ ਪ੍ਰਸ਼ਾਦਾ ਦੇ ਜਾਂਦਾ ਹੈ, ਕੋਈ ਜਲ ਦੇ ਜਾਂਦਾ ਹੈ। ਆਖਰਕਾਰ ਸਿੱਖਾਂ ਨੇ ਸਤਿਗੁਰਾਂ ਕੋਲੇ ਦੀ ਸਿਫਾਰਿਸ਼ ਵੀ ਕੀਤੀ। ਮਹਾਰਾਜ, ਇੱਕ ਕੁਸ਼ਤੀ ਆ, ਤੁਹਾਨੂੰ ਯਾਦ ਕਰਦਾ, ਤੁਹਾਡੇ ਦਰਸ਼ਨਾਂ ਦੀ ਉਹਦੇ ਅੰਦਰ ਸਿੱਖ ਹੈ। ਪਤਾ ਨਹੀਂ ਉਹ ਕੀ ਗਾਉਂਦਾ, ਇਹ ਸਾਨੂੰ ਸਮਝ ਨਹੀਂ ਆਉਂਦੀ। ਪਾਤਸ਼ਾਹ ਕਹਿੰਦੇ ਸਾਨੂੰ ਸਮਝ ਆਉਂਦੀ ਜੋ ਉਹ ਗਾਉਂਦਾ ਹੈ, ਅਸੀਂ ਸਮਝਦੇ ਹਾਂ। ਉਹ ਗਾਉਂਦਾ ਵੀ ਮੇਰੇ ਸਰੀਰ ਦਾ ਪਰਦਾ ਚਲਾ ਗਿਆ, ਹੁਣ ਮੈਨੂੰ ਗੁਰੂ ਸਤਿਗੁਰਾਂ ਦੇ ਚਰਨਾਂ ਵਿੱਚੋਂ ਮੇਰਾ ਉਹ ਪਰਦਾ ਲੱਭ ਗਿਆ। ਕੁਝ ਦਿਨ ਹੋਰ ਬੀਤ ਗਏ, ਉਸੇ ਤਰ੍ਹਾਂ ਪ੍ਰੇਮਾ ਕੋੜੀ ਸਤਿਗੁਰਾਂ ਦੀ ਉਪਮਾ ਕਰ ਰਿਹਾ, ਗੁਰੂ ਗੁਰੂ ਜਪ ਰਿਹਾ ਹੈ। ਸਿੱਖਾਂ ਨੂੰ ਭੇਜ ਕੇ ਸਤਿਗੁਰਾਂ ਨੇ ਆਖਿਆ ਵੀ ਜਾਓ, ਇਹਨੂੰ ਇਸ਼ਨਾਨ ਕਰਾਓ। ਉਸ ਜਲ ਨਾਲ ਇਸ਼ਨਾਨ ਕਰਾਓ ਜਿਹੜਾ ਜਲ ਸਾਡੇ ਸਰੀਰ ਨੂੰ ਛੂਹਿਆ ਹੋਇਆ। ਉਸ ਜਲ 'ਚ ਇਸ਼ਨਾਨ ਕਰਵਾ ਕੇ ਮਜੀਠੇ ਰੰਗ ਦੇ ਕੱਪੜਿਆਂ ਵਿੱਚ ਲਪੇਟ ਕੇ ਪੈਰ ਤੋਂ ਸਿਰ ਤੱਕ ਕੋਈ ਅੰਗ ਇਹਦਾ ਨਜ਼ਰ ਨਾ ਆਵੇ ਤੇ ਇਸ ਤਰ੍ਹਾਂ ਢੱਕ ਕੇ ਸਾਡੇ ਕੋਲ ਲਿਆਓ। ਜਿਸ ਵੇਲੇ ਸਤਿਗੁਰਾਂ ਕੋਲ ਲਿਆਂਦਾ, ਉਸ ਵੇਲੇ ਪਾਤਸ਼ਾਹ ਜੀ ਨੇ ਕੱਪੜਾ ਮੂੰਹ ਤੋਂ ਚੁੱਕ ਕੇ ਇਹਦੇ ਵੱਲ ਵੇਖਿਆ। ਕਿਰਪਾ ਦ੍ਰਿਸ਼ਟੀ ਨਾਲ ਜਦੋਂ ਤੱਕਿਆ ਤੇ ਪ੍ਰੇਮੇ ਕੋੜੀ ਦੇ ਸਰੀਰ ਦਾ ਕੁਸ਼ਟ ਉਸੇ ਵੇਲੇ ਨਿਵਰਤ ਹੋ ਗਿਆ। ਕਾਇਆ ਕੰਚਨ ਵਰਗੀ ਪਵਿੱਤਰ ਹੋ ਗਈ। ਸਾਹਿਬਾਂ ਆਖਿਆ ਇਹ ਤਾਂ ਮੁਰਾਰੀ ਹੈ। ਵਚਨ ਕੀਤਾ ਕੋਈ ਸਿੱਖ ਆਪਣੀ ਲੜਕੀ ਇਸ ਨੂੰ ਭੇਟ ਕਰੇ। ਭਾਈ ਸਿੰਘ ਉੱਪਲ ਨੇ ਉਸ ਵੇਲੇ ਸਤਿਗੁਰਾਂ ਦਾ ਹੁਕਮ ਪ੍ਰਵਾਨ ਕਰਕੇ ਆਪਣੀ ਲੜਕੀ ਦੀ ਸ਼ਾਦੀ ਭਾਈ ਮੁਰਾਰੀ ਨਾਲ ਕੀਤੀ ਹੈ ਤੇ ਸਤਿਗੁਰਾਂ ਨੇ ਇਸ ਜੋੜੀ ਦਾ ਨਾਂ ਰੱਖਿਆ ਮਥੋ ਮੁਰਾਰੀ। ਆਖਿਆ ਜਾਓ ਹੁਣ ਜਾ ਕੇ ਆਪਣੇ ਨਗਰ ਵਿੱਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ। ਜਿਹੜਾ ਵੀ ਬਚਨ ਆਪਣੀ ਰਸਨਾ ਤੋਂ ਕਰੋਗੇ ਉਹ ਪੂਰਾ ਹੋਵੇਗਾ, ਚਾਹੇ ਉਹ ਵਰ ਹੈ ਚਾਹੇ ਉਹ ਸਰਾਪ ਹੈ। ਤੁਹਾਡਾ ਕਿਹਾ ਹੋਇਆ ਕੋਈ ਵੀ ਬਚਨ ਨਿਸ਼ਫਲ ਨਹੀਂ ਜਾਵੇਗਾ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਦਇਆਨਿਧ ਕਿਰਪਾਲੂ ਸਤਿਗੁਰੂ ਜੀ ਦੇ ਪਾਵਨ ਵਾਕ ਸਫਲੇ ਹੋਏ। ਭਾਈ ਮਥੋ ਤੇ ਮੁਰਾਰੀ ਦੋਹਾਂ ਨੇ ਗੁਰੂ ਸਾਹਿਬ ਜੀ ਦੀ ਸਿੱਖੀ ਦਾ ਬੜਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਪਤਾ ਨਹੀਂ ਕਿੰਨੇ ਕੁ ਗਰੀਬ ਤੇ ਕਿਤਨੇ ਕੁ ਦੀਨਾਂ ਨੂੰ ਤਾਰਿਆ ਹੈ। ਔਰ ਜਿਹੜੇ ਵੀ ਤਰਦੇ ਨੇ ਸਤਿਗੁਰਾਂ ਦਾ ਸੁਜਸ ਕਰਦੇ ਨੇ, ਮਹਾਰਾਜ ਜੀ ਦੀ ਮਹਿਮਾ ਦਾ ਪਸਾਰ ਕਰਦੇ ਹਨ। ਆਓ ਸਤਿਗੁਰਾਂ ਦੀ ਹੋਰ ਪਵਿੱਤਰ ਪਾਵਨ ਕਥਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਇਤਿਹਾਸ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਦਿਜਬਰ ਖੇਡਾ ਸੋਇਨੀ, ਦੁਰਗਾ ਭਗਤ ਵਿਸਾਲ। ਖਾਲਸਾ ਜੀ ਸਤਿਗੁਰਾਂ ਦੇ ਦਰ ਘਰ ਦਾ ਇੱਕ ਹੋਰ ਸਿੱਖ ਹੈ, ਉਹਦਾ ਵਾਕਿਆ ਸੁਣਾਉਣ ਲੱਗੇ ਹਨ। ਇਹ ਜਾਤ ਦਾ ਦਿਜਬਰ ਕਹਿੰਦੇ ਨੇ। ਦਿਜ ਨਾਮ ਬ੍ਰਾਹਮਣ ਦਾ ਹੈ, ਬਰ ਨਾਮ ਸ੍ਰੇਸ਼ਟ ਦਾ ਹੈ। ਇੱਕ ਸ੍ਰੇਸ਼ਟ ਜਾਤੀ ਨਾਲ ਸੰਬੰਧਿਤ ਬ੍ਰਾਹਮਣ ਹੈ, ਇਹਦਾ ਨਾਂ ਹੈ ਭਾਈ ਖੇਡਾ ਸੋਇਨੀ। ਇਹਦਾ ਗੋਤਰ ਸੀ ਭਾਈ ਖੇਡਾ ਸੋਇਨੀ, ਇਹਦਾ ਪੂਰਾ ਨਾਂ ਹੈ। ਇਹ ਜਾਤੀ ਦਾ ਬ੍ਰਾਹਮਣ ਹੈ। ਉਰੇ ਦੁਰਗਾ ਦਾ ਭਗਤ ਸੀ, ਜੋ ਸ਼ਕਤੀ ਹੈ ਪਰਮੇਸ਼ਰ ਦੀਆਂ ਕਈ ਸ਼ਕਤੀਆਂ ਦੇ ਵੱਖੋ ਵੱਖਰੇ ਨਾਂ ਨੇ। ਉਹਨਾਂ ਨਾਵਾਂ ਵਿੱਚੋਂ ਪਰਮੇਸ਼ਰ ਦੀ ਹੀ ਇੱਕ ਸ਼ਕਤੀ ਜਿਹਦੀ ਮੂਰਤੀ ਵੀ ਲੋਕਾਂ ਨੇ ਬਣਾ ਲਈ, ਅਸਲ ਵਿੱਚ ਉਹਦੀ ਕੋਈ ਮੂਰਤੀ ਹੈ ਨਹੀਂ, ਉਹਨੂੰ ਦੁਰਗਾ ਕਹਿੰਦੇ ਹਨ। ਉਸ ਦੁਰਗਾ ਦਾ ਇਹ ਭਗਤ ਸੀ।
ਦੇਵੀ ਦਾ ਭਗਤ ਸੀ। ਬਹੁਤ ਸਾਰੇ ਸਿੱਖਾਂ ਦੇ ਬਚਨ ਇਤਿਹਾਸ ਵਿੱਚ ਇਸ ਤਰ੍ਹਾਂ ਆਉਂਦੇ ਨੇ ਜਿਹੜੇ ਪਹਿਲਾਂ ਦੇਵੀ ਭਗਤ ਸਨ। ਧੰਨ ਗੁਰੂ ਅੰਗਦ ਸਾਹਿਬ ਜੀ ਦੀ ਪਾਵਨ ਕਥਾ ਹੈ, ਉਹ ਵੀ ਪਹਿਲਾਂ ਦੇਵੀ ਭਗਤ ਸੀ, ਪਰ ਜਦੋਂ ਉਹਨਾਂ ਨੇ ਵੇਖਿਆ ਵੀ ਦੇਵੀ ਤਾਂ ਗੁਰੂ ਨਾਨਕ ਸਾਹਿਬ ਦੇ ਦਰਵਾਜ਼ੇ ਦੇ ਉੱਤੇ ਝਾੜੂ ਫੇਰਦੀ ਆ, ਫਿਰ ਮਨ ਦੇ ਵਿੱਚ ਮਹਾਰਾਜ ਜੀ ਪ੍ਰਤੀ ਸ਼ਰਧਾ ਜਾਗੀ। ਇਸੇ ਤਰ੍ਹਾਂ ਭਾਈ ਭਗੀਰਥ ਦਾ ਇਤਿਹਾਸ ਆਉਂਦਾ ਹੈ। ਭਾਈ ਭਗੀਰਥ ਵੀ ਪਹਿਲਾਂ ਦੇਵੀ ਭਗਤ ਸੀ, ਫਿਰ ਉਹਨੂੰ ਸਤਿਗੁਰਾਂ ਦੀ ਮਹਿਮਾ ਦਾ ਪਤਾ ਲੱਗਾ। ਇਸੇ ਤਰ੍ਹਾਂ ਇਹ ਜਿਹੜਾ ਭਾਈ ਖੇਡਾ ਸੋਇਨੀ ਹੈ, ਇਹ ਵੀ ਦੁਰਗਾ ਦਾ ਭਗਤ ਸੀ, ਦੁਰਗਾ ਦੀ ਭਗਤੀ ਕਰਦਾ ਸੀ। ਨਿਤ ਪ੍ਰਤ ਪੂਜਾ ਬੋ ਕਰੇ, ਧਰੇ ਗਿਆਨ ਸਭ ਕਾਲ। ਨਿਤਾ ਪ੍ਰਤੀ ਬੜੀ ਪੂਜਾ ਕਰਦਾ ਸੀ ਦੁਰਗਾ ਦੀ, ਤੇ ਦੁਰਗਾ ਦੀ ਪੂਜਾ ਕਰਕੇ ਉਹਦਾ ਧਿਆਨ ਧਰਦਾ ਸੀ। ਦੁਰਗਾ ਦਾ ਗਿਆਨ ਜਿਹੜਾ ਸੀ ਉਹ ਆਪਣੇ ਹਿਰਦੇ 'ਚ ਸਭ ਕਾਲ ਸਭ ਸਮੇਂ ਧਾਰਨ ਕਰਕੇ ਦੁਰਗਾ ਦੀ ਸ਼ਕਤੀ ਦੀ ਉਪਾਸਨਾ ਕਰਦਿਆਂ ਹੋਇਆਂ ਉਸੇ ਦਾ ਗਿਆਨ ਹਰ ਵੇਲੇ ਆਪਣੇ ਹਿਰਦੇ ਵਿੱਚ ਭਾਈ ਖੇਡਾ ਸੋਇਨੀ ਜੀ ਧਾਰਨ ਕਰਦੇ ਹਨ। ਚੋਪਈ ਨਰ ਸਮੁਦਾਏ ਮਿਲੈ ਠਿਗਿਆ ਮੈਂ, ਸ਼੍ਰੀ ਦੁਰਗਾ ਕੇ ਦਰਸ਼ਨ ਜਾਵੈ। ਬਹੁਤ ਸਾਰੇ ਹੋਰ ਵੀ ਸੰਗੀ ਨੇ ਜਿਹੜੇ ਭਾਈ ਖੇਡਾ ਸੋਇਨੀ ਦੇ ਨਾਲ ਮਿਲਦੇ ਨੇ। ਇਹਨਾਂ ਦੇ ਨਾਲ ਮਿਲ ਕੇ ਇਕੱਠੇ ਹੋ ਕੇ ਦੁਰਗਾ ਦੀ ਯਾਤਰਾ ਤੇ ਜਾਂਦੇ ਨੇ। ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੇਮੀ ਸਨ, ਸੇਵਕ ਸਨ, ਉਹ ਵੀ ਦੁਰਗਾ ਦੇ ਭਗਤ ਸੀ। ਹੁਣ ਜਿਹੜੇ ਪਾਸੇ ਕੋਈ ਪੂਜਾ ਕਰਦਾ, ਜਿਸ ਨੂੰ ਕੋਈ ਆਪਣਾ ਇਸ਼ਟ ਸਮਝਦਾ, ਉਹ ਆਪਣੇ ਨਾਲ ਉਹੋ ਜਿਹੇ ਕੁਝ ਸੰਗੀਆਂ ਨੂੰ ਇਕੱਠਾ ਕਰ ਲੈਂਦਾ ਔਰ ਉੱਥੇ ਹੀ ਲੈ ਕੇ ਜਾਂਦਾ ਜਿੱਥੇ ਉਹਦਾ ਇਸ਼ਟ ਹੋਵੇ। ਖੇਡਾ ਸੋਇਨੀ ਵੀ ਦੁਰਗਾ ਦਾ ਭਗਤ ਸੀ, ਇਸ ਕਰਕੇ ਇਹਦੇ ਹੋਰ ਜਿਹੜੇ ਸਤਸੰਗੀ ਨੇ, ਇਹਦੇ ਨਾਲ ਸੰਗਤ ਕਰਨ ਵਾਲੇ ਨੇ, ਇਹਦੇ ਨਾਲ ਪ੍ਰੇਮ ਕਰਨ ਵਾਲੇ ਨੇ, ਉਹ ਵੀ ਦੁਰਗਾ ਦੇ ਭਗਤ ਸਨ। ਉਹ ਭਾਈ ਖੇਡਾ ਸੋਇਨੀ ਦੇ ਨਾਲ ਇਕੱਠੇ ਹੋ ਕੇ ਦੁਰਗਾ ਦੀ ਯਾਤਰਾ ਕਰਨ ਵਾਸਤੇ, ਦੁਰਗਾ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਜਾਂਦੇ ਹਨ। ਸੰਮਤ ਮੈਂ ਜੁਗ ਯਾਤਰਾ ਕਰੀ, ਨਿਰਜਲ ਨਿਰਾਹਾਰ ਵਰਤ ਧਰੀ। ਸਾਲ ਦੇ ਵਿੱਚ 2 ਵਾਰੀ ਦੁਰਗਾ ਦੇ ਯਾਤਰਾ ਵਾਸਤੇ ਭਾਈ ਖੇਡਾ ਸੋਇਨੀ ਜੀ ਜਾਂਦੇ ਨੇ। ਸਾਲ ਵਿੱਚ 2 ਵਾਰੀ ਯਾਤਰਾ ਕਰਦੇ, 6-6 ਮਹੀਨਿਆਂ ਬਾਅਦ ਨਾਲ ਕੁਝ ਸੰਗੀਆਂ ਨੂੰ ਲੈਂਦੇ ਨੇ, ਸਾਥੀਆਂ ਨੂੰ ਲੈਂਦੇ ਨੇ ਔਰ ਦੁਰਗਾ ਦੇ ਦਰਸ਼ਨ ਕਰਨ ਵਾਸਤੇ, ਦੁਰਗਾ ਦੇਵੀ ਦੇ ਮੰਦਿਰ ਦੀ ਯਾਤਰਾ ਵਾਸਤੇ ਚੱਲਦੇ ਨੇ। ਔਰ ਰਸਤੇ ਦੇ ਵਿੱਚ ਆਪਣਾ ਵਰਤ ਵੀ ਰੱਖਦੇ ਨੇ, ਨਿਰਾਹਾਰ ਵੀ ਰਹਿੰਦੇ ਨੇ, ਨਿਰਜਲ ਵੀ ਰਹਿੰਦੇ ਨੇ, ਪਾਣੀ ਵੀ ਨਹੀਂ ਪੀਣਾ, ਏਦਾਂ ਦਾ ਵਰਤ ਰੱਖਣਾ। ਖੇਡਾ ਸੋਇਨੀ ਜੀ ਬੜੇ ਸੰਜਮੀ ਸੀ। ਉਹਦੇ ਵਰਤ ਨਿਯਮ ਇਸ ਤਰ੍ਹਾਂ ਦੇ ਜਿਹੜੇ ਵਰਤ ਆਦਿਕ ਨੇ ਉਹਨਾਂ ਦੀ ਪਾਲਣਾ ਕਰਦੇ ਸੀ। ਉਹਦੇ ਵੈਸ਼ਨਵ ਸੀ। ਲੰਗਰ ਪ੍ਰਸ਼ਾਦਾ ਵੀ ਆਪਣੇ ਹੱਥੀਂ ਤਿਆਰ ਕਰਕੇ ਪ੍ਰਸ਼ਾਦਾ ਪਾਣੀ ਛਕਦੇ ਸੀ, ਚੌਂਕਾ ਤਿਆਰ ਕਰਕੇ, ਕਿਉਂਕਿ ਬ੍ਰਾਹਮਣ ਸੀ। ਬ੍ਰਾਹਮਣ ਹੋਣ ਕਰਕੇ ਇਹਨਾਂ ਨੇ ਬੜੀ ਪਵਿੱਤਰਤਾ ਨਾਲ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਛਕਣਾ, ਨਿਰਾਹਾਰ ਰਹਿਣਾ, ਤੇ ਇੱਥੋਂ ਤੱਕ ਕਈ ਵਾਰ ਪਾਣੀ ਤੱਕ ਵੀ ਨਾ ਪੀਣਾ ਤੇ ਵਰਤ ਆਦਿਕ ਰੱਖਣੇ। ਸਾਲ ਦੇ ਵਿੱਚ 2 ਵਾਰੀ ਇਹ ਦੁਰਗਾ ਦੀ ਯਾਤਰਾ ਨੂੰ ਜਾਂਦੇ ਸਨ ਨਾਲ ਆਪਣੇ ਸੰਗੀਆਂ ਨੂੰ ਲੈ ਕੇ। ਇੱਕ ਬਾਰੀ ਯਾਤਰਾ ਕੋ ਚਲਿਓ, ਤਿਸਕੇ ਸੰਗ ਬ੍ਰਿੰਦ ਨਰ ਮਿਲਿਓ। ਇੱਕ ਵਾਰ ਦਾ ਸਮਾਂ ਆਇਆ, ਹਰ ਸਾਲ ਜਾਂਦੇ, ਸਾਲ ਵਿੱਚ 2 ਵਾਰੀ ਜਾਂਦੇ ਸੀ। ਇਸ ਸਾਲ ਵੀ ਕਹਿੰਦੇ ਚੱਲਣ ਲੱਗੇ ਤੇ ਸੰਗੀਆਂ ਨੂੰ ਨਾਲ ਲੈ ਲਿਆ, ਸਾਥੀਆਂ ਨੂੰ ਨਾਲ ਲੈ ਲਿਆ, ਬਹੁਤ ਸਾਰੇ ਲੋਕਾਂ ਨੂੰ ਨਾਲ ਇਕੱਠੇ ਕਰਕੇ ਇਹ ਦੁਰਗਾ ਦੇ ਮੰਦਿਰ ਦੀ ਯਾਤਰਾ ਕਰਨ ਵਾਸਤੇ, ਦੁਰਗਾ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ। ਚਲਤ ਪੰਥ ਮੈਂ ਗੁਰਪੁਰ ਆਵਾ, ਦਰਸ਼ਨ ਕਰਵੇ ਕੋ ਲਲਚਾਵਾ। ਚਲਦਿਆਂ ਚਲਦਿਆਂ ਭਾਈ ਖੇਡਾ ਸੋਇਨੀ ਜੀ ਟੁਰਦਿਆਂ ਟੁਰਦਿਆਂ ਆਪਣੇ ਸੰਗੀਆਂ ਦੇ ਨਾਲ ਦੁਰਗਾ ਦੀ ਯਾਤਰਾ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਸਤਿਗੁਰਾਂ ਦੀ ਨਗਰੀ ਆ ਗਈ। ਸਤਿਗੁਰਾਂ ਦੀ ਨਗਰੀ ਸ੍ਰੀ ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦਾ ਨਗਰ ਹੈ। ਤੇ ਰਸਤੇ ਵਿੱਚ ਗੋਇੰਦਵਾਲ ਸਾਹਿਬ ਨਗਰ ਆਇਆ। ਜਦੋਂ ਬਿਆਸ ਦਰਿਆ ਪਾਰ ਕੀਤਾ ਤੇ ਨਗਰ ਗੋਇੰਦਵਾਲ ਸਾਹਿਬ ਆ ਗਿਆ। ਮਨ ਦੇ ਵਿੱਚ ਫੁਰਨਾ ਹੋਇਆ ਕਿ ਇੱਥੇ ਗੁਰੂ ਸਾਹਿਬ ਜੀ ਰਹਿੰਦੇ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੀਸਰੇ ਮਾਲਕ ਨੇ, ਕਿਉਂ ਨਾ ਮੈਂ ਜਾਂਦਾ ਹੋਇਆ ਉਹਨਾਂ ਦੇ ਵੀ ਦਰਸ਼ਨ ਕਰ ਜਾ।
ਮਹਿਮਾ ਤਾਂ ਸਤਿਗੁਰਾਂ ਦੀ ਪਹਿਲਾਂ ਸੁਣੀ ਹੋਈ ਸੀ ਭਾਈ ਖੇਡਾ ਸੋਇਨੀ ਨੇ। ਹੁਣ ਸੋਚਿਆ ਵੀ ਦੁਰਗਾ ਦੀ ਯਾਤਰਾ ਨੂੰ ਜਾਣਾ ਹੈ ਤੇ ਇੱਥੇ ਰਸਤੇ ਵਿੱਚ ਸਤਿਗੁਰਾਂ ਦੀ ਇਹ ਨਗਰੀ ਹੈ ਤੇ ਮਹਾਰਾਜ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਨਿਵਾਸ ਰੱਖਦੇ ਨੇ ਤੇ ਜਾਂਦਾ ਜਾਂਦਾ ਉਹਨਾਂ ਦੇ ਦਰਸ਼ਨ ਕਰ ਜਾਵਾਂ। ਏਦਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਅਭਿਲਾਖਾ ਭਾਈ ਖੇਡਾ ਸੋਇਨੀ ਜੀ ਦੇ ਮਨ ਵਿੱਚ ਹੋਈ ਹੈ। ਭਇਓ ਠਾਂਡ ਜਬ ਗੁਰ ਕੇ ਦੁਆਰੇ, ਤਬ ਸਿੱਖਨ ਇਮ ਬਾਕੀ ਉਚਾਰੇ। ਭਾਈ ਖੇਡਾ ਸੋਇਨੀ ਜੀ ਚੱਲ ਕੇ ਸਤਿਗੁਰਾਂ ਦੇ ਦਰਵਾਜ਼ੇ ਤੇ ਪਹੁੰਚੇ ਦਰਸ਼ਨੀ ਡੋੜੀ ਤੇ ਜਾ ਕੇ ਬੇਨਤੀ ਕੀਤੀ ਵੀ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ। ਉੱਥੇ ਜਿਹੜੇ ਪਹਿਰੇ ਤੇ ਸਿੱਖ ਖਲੋਤੇ ਸਨ ਉਹਨਾਂ ਨੇ ਭਾਈ ਖੇਡੇ ਸੋਇਨੀ ਨੂੰ ਰੋਕਿਆ ਤੇ ਰੋਕ ਕੇ ਭਾਈ ਖੇਡੇ ਸੋਇਨੀ ਨੂੰ ਗੁਰੂ ਘਰ ਦੀ ਮਰਿਆਦਾ ਦੱਸੀ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਨੇ ਤੇ ਫਿਰ ਮਰਿਆਦਾ ਪਾਲਣੀ ਪੈਣੀ ਹੈ, ਜੋ ਗੁਰੂ ਸਾਹਿਬ ਦਾ ਹੁਕਮ ਹੈ ਉਹ ਮੰਨਣਾ ਪੈਣਾ। ਗੁਰ ਆਗਿਆ ਕੋ ਸੁਨਬੋ ਕਰੀਐ, ਬੋਰ ਨਕੇਤ ਪੋਰ ਮੈਂ ਬਰੀਐ। ਔਰ ਗੁਰੂ ਸਾਹਿਬ ਜੀ ਦੀ ਆਗਿਆ ਹੈ ਉਹ ਪਹਿਲਾਂ ਸੁਣ ਲਓ, ਸਤਿਗੁਰੂ ਜੀ ਦਾ ਜਿਹੜਾ ਹੁਕਮ ਹੈ ਉਹ ਪਹਿਲਾਂ ਸੁਣ ਲਓ ਤੇ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਆਗਿਆ ਸੁਣ ਕੇ ਫਿਰ ਅੰਦਰ ਜਾਣਾ, ਫਿਰ ਤੁਸੀਂ ਅੰਦਰ ਪ੍ਰਵੇਸ਼ ਕਰਨਾ। ਪਹਿਲਾਂ ਗੁਰੂ ਸਾਹਿਬ ਦਾ ਹੁਕਮ ਸੁਣ ਲਓ ਕਿ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਕੀ ਹੁਕਮ ਹੈ। ਪ੍ਰਥਮ ਦੇਗ ਤੇ ਅਚਵੋ ਜਾਏ, ਪੀਛੇ ਗੁਰ ਦਰਸ਼ਨ ਕੋ ਪਾਏ। ਭਾਈ ਖੇਡੇ ਸੋਨੀ ਨੇ ਪੁੱਛਿਆ ਉਹਨਾਂ ਸਿੱਖਾਂ ਨੂੰ, ਕਹਿਣ ਲੱਗੇ ਜੀ ਦੱਸੋ ਮੇਰੇ ਵਾਸਤੇ ਕੀ ਹੁਕਮ ਹੈ, ਗੁਰੂ ਸਾਹਿਬ ਦਾ ਕੀ ਹੁਕਮ ਹੈ, ਇੱਥੋਂ ਗੁਰੂ ਘਰ ਦੀ ਮਰਿਆਦਾ ਕੀ ਹੈ। ਤੇ ਉਸ ਵੇਲੇ ਸਿੱਖਾਂ ਨੇ ਦੱਸਿਆ, ਕਹਿਣ ਲੱਗੇ ਭਾਈ ਸਾਹਿਬ ਜੀ ਇੱਥੋਂ ਦੀ ਮਰਿਆਦਾ ਇਹ ਹੈ ਕਿ ਜੇ ਤੁਸੀਂ ਸਤਿਗੁਰਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਪਹਿਲਾਂ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਲੰਗਰ ਛਕੋ। ਗੁਰੂ ਘਰ ਦੀ ਗੁਰੂ ਅਮਰਦਾਸ ਸਾਹਿਬ ਨੇ ਤਾਂ ਇਹ ਮਰਿਆਦਾ ਨਿਯਤ ਕੀਤੀ ਹੋਈ ਸੀ ਕਿ ਪਹਿਲੇ ਪੰਗਤ ਪਾਛੈ ਸੰਗਤ, ਪਹਿਲਾਂ ਜਾ ਕੇ ਲੰਗਰ ਵਿੱਚ ਪ੍ਰਸ਼ਾਦਾ ਛਕੋ ਤਾਂ ਜੋ ਤੁਹਾਡੇ ਅੰਦਰ ਜਿਹੜਾ ਤੁਹਾਡੀ ਜਾਤੀ ਦਾ ਅਭਿਮਾਨ ਹੈ, ਆਪਣੇ ਉੱਚੇ ਹੋਣ ਦਾ ਅਭਿਮਾਨ ਹੈ, ਉਹ ਅਭਿਮਾਨ ਉਹ ਹੰਕਾਰ ਤੁਹਾਡੇ ਅੰਦਰੋਂ ਨਿਕਲ ਜਾਏ, ਫਿਰ ਗੁਰੂ ਘਰ ਦੇ ਵਿੱਚ ਆਓ। ਇਸ ਕਰਕੇ ਸਤਿਗੁਰਾਂ ਨੇ ਮਰਿਆਦਾ ਬਣਾਈ ਸੀ। ਮਹਾਰਾਜ ਜੀ ਦੀ ਮਰਿਆਦਾ ਸਿੱਖਾਂ ਨੇ ਸੁਣਾਈ। ਭਾਈ ਖੇਡਾ ਸੋਇਨੀ ਜੋ ਬ੍ਰਾਹਮਣ ਸਨ, ਦੁਰਗਾ ਦੇ ਭਗਤ ਸੀ, ਬੜੇ ਵਰਤ ਵੀ ਰੱਖਦੇ ਸੀ, ਨਿਰਾਹਾਰ ਨਿਰਜਲ ਹੋ ਕੇ ਵੀ ਰਹਿਣਾ। ਤੇ ਭਾਈ ਖੇਡੇ ਸੋਇਨੀ ਨੂੰ ਸਿੱਖਾਂ ਨੇ ਆਖਿਆ ਜੀ ਜੇ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਪਹਿਲਾਂ ਜਾ ਕੇ ਗੁਰੂ ਕੇ ਲੰਗਰਾਂ ਵਿੱਚ ਲੰਗਰ ਛਕੋ, ਪ੍ਰਸ਼ਾਦਾ ਛਕੋ, ਫਿਰ ਤੁਹਾਨੂੰ ਸਤਿਗੁਰੂ ਜੀ ਦੇ ਦਰਸ਼ਨ ਹੋਣਗੇ। ਸੁਨ ਕਰ ਖੇਡੇ ਕੀਨ ਵਿਚਾਰਨ, ਮੈਂ ਕਿਮ ਕਰੋ ਨੇਮ ਨਿਵਾਰਨ। ਇਹ ਸੁਣ ਕੇ ਭਾਈ ਖੇਡਾ ਸੋਇਨੀ ਜੀ ਨੇ ਮਨ 'ਚ ਵਿਚਾਰ ਕੀਤੀ ਵੀ ਮੇਰਾ ਤਾਂ ਨੇਮ ਹੈ, ਮੈਂ ਤਾਂ ਜਿਹੜਾ ਪ੍ਰਸ਼ਾਦਾ ਉਹ ਬੜੇ ਨੇਮ ਨਾਲ ਛਕਦਾ, ਸੁਚਮਤਾ ਦੇ ਨਾਲ ਆਪਣੇ ਹੱਥੀ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਚੌਂਕਾ ਲਿਪ ਕੇ ਫਿਰ ਉਹਦੇ ਵਿੱਚ ਬੈਠ ਕੇ ਤਾਂ ਭੋਜਨ ਛਕਦਾ, ਤੇ ਇੱਥੇ ਮੈਂ ਆਪਣਾ ਨੇਮ ਕਿਵੇਂ ਛੱਡਾਂ। ਉਸ ਵੇਲੇ ਪਿੱਛੇ ਵੀ ਇਹ ਕਥਾ ਆਈ ਸੀ ਵੀ ਜਿੱਥੇ ਪ੍ਰੇਮ ਤੋਂ ਹਿਰਦਾ ਸਖਣਾ ਹੁੰਦਾ ਉੱਥੇ ਕੱਲਾ ਨੇਮ ਹੀ ਹੁੰਦਾ, ਜਿੱਥੇ ਨੇਮ ਹੋਵੇ ਉੱਥੇ ਫਿਰ ਪ੍ਰੇਮ ਨਹੀਂ ਜਾਗਦਾ ਤੇ ਪ੍ਰੇਮ 'ਚ ਨੇਮ ਨਹੀਂ ਹੁੰਦਾ। ਭਾਈ ਖੇਡਾ ਸੋਇਨੀ ਜੀ ਵਿਚਾਰ ਕਰਨ ਲੱਗੇ ਵੀ ਮੇਰਾ ਤਾਂ ਨੇਮ ਹੈ ਤੇ ਮੈਂ ਆਪਣਾ ਨੇਮ ਇੱਥੇ ਗੁਰੂ ਦਰਸ਼ਨਾਂ ਵਾਸਤੇ ਕਿਵੇਂ ਤਿਆਗਾਂ, ਆਪਣੇ ਨੇਮ ਦਾ ਤਿਆਗ ਕਿਵੇਂ ਕਰਾਂ। ਸੋਚ ਕਰ ਕਰੋ ਆਹਾਰ ਹਮੇਸ਼ੂ, ਗੁਰ ਕੀ ਦੇਗ ਪ੍ਰਵੇਸ਼ ਅਸ਼ੇਸ਼ੂ। ਮੈਂ ਤਾਂ ਬੜੀ ਸੁਚਮਤਾ ਦੇ ਨਾਲ ਪ੍ਰਸ਼ਾਦਾ ਲੰਗਰ ਤਿਆਰ ਕਰਕੇ ਫਿਰ ਖਾਣਾ, ਫਿਰ ਛਕਦਾ, ਤੇ ਇੱਥੇ ਹੁਣ ਆਪਣਾ ਇਹ ਨੇਮ ਛੱਡ ਕੇ ਗੁਰੂ ਦੇ ਲੰਗਰਾਂ ਵਿੱਚ ਕਿਵੇਂ ਲੰਗਰ ਛਕਾਂ। ਇੱਥੇ ਤਾਂ ਪਤਾ ਨਹੀਂ ਕਿਹਨੇ ਲੰਗਰ ਬਣਾਇਆ ਹੋਣਾ, ਨਾ ਉੱਥੇ ਮਰਿਆਦਾ ਮੇਰੇ ਵਾਲੀ ਕਿ ਅਸੀਂ ਚੌਂਕਾ ਲਿਪ ਕੇ ਫਿਰ ਉਹਦੇ ਵਿੱਚ ਬੈਠ ਕੇ ਭੋਜਨ ਛਕੀਏ, ਉਹ ਮਰਿਆਦਾ ਵੀ ਕੋਈ ਨਹੀਂ ਇੱਥੇ। ਇੱਥੇ ਤਾਂ ਸਾਰਿਆਂ ਨੂੰ ਇੱਕ ਬਰਾਬਰ ਬਹਿ ਕੇ ਲੰਗਰ ਛਕਣਾ ਪੈਂਦਾ। ਉੱਥੇ ਹੀ ਖੱਤਰੀ ਬੈਠੇ ਹੁੰਦੇ ਨੇ, ਉੱਥੇ ਹੀ ਸ਼ੂਦਰ ਬੈਠੇ ਹੁੰਦੇ ਨੇ, ਉੱਥੇ ਹੀ ਬ੍ਰਾਹਮਣ ਬਹਿ ਕੇ ਛਕਦੇ ਨੇ। ਤੇ ਮੈਂ ਹੁਣ ਸ਼ੂਦਰਾਂ ਵਿੱਚ ਜਾਂ ਹੋਰ ਜਿਹੜੇ ਨੀਵੇਂ ਵਰਨਾਂ ਵਾਲੇ ਨੇ
ਉਹਨਾਂ ਵਿੱਚ ਬੈਠ ਕੇ ਪ੍ਰਸ਼ਾਦਾ ਕਿਵੇਂ ਛਕਾਂ? ਮੇਰਾ ਤਾਂ ਨੇਮ ਹੈ, ਮੈਂ ਤਾਂ ਸੁਚਮਤਾ ਨਾਲ ਪ੍ਰਸ਼ਾਦਾ ਛਕਦਾ। ਹੁਣ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਮੈਂ ਕਿਵੇਂ ਲੰਗਰ ਛਕ ਕੇ ਆਪਣਾ ਨੇਮ ਤੋੜਾਂ? ਆਸ਼ਰਮ ਵਰਨ ਨੇਮ ਵਿਵਹਾਰ, ਗੁਰ ਕੋ ਮਿਲੈ ਸਕਲ ਨਿਰਵਾਰ। ਕਿਉਂਕਿ ਇੱਥੇ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਉਹ ਆਪਣਾ ਆਸ਼ਰਮ, ਆਪਣਾ ਵਰਣ, ਖਾਲਸਾ ਜੀ 4 ਆਸ਼ਰਮ ਹੁੰਦੇ ਨੇ, ਤੇ ਬਾਲ ਗ੍ਰਸਥ ਆਸ਼ਰਮ ਹੁੰਦਾ ਹੈ, ਦੂਸਰਾ ਬ੍ਰਹਮਚਰਜ ਆਸ਼ਰਮ ਹੁੰਦਾ ਹੈ, ਤੀਸਰਾ ਸੰਨਿਆਸ ਆਸ਼ਰਮ ਹੁੰਦਾ ਹੈ, ਚੌਥਾ ਬਾਨਪ੍ਰਸਥ ਆਸ਼ਰਮ ਹੁੰਦਾ ਹੈ, ਤੇ 4 ਆਸ਼ਰਮਾਂ ਦੇ ਲੋਕ ਹੁੰਦੇ ਜਿਹੜੇ ਕਿਸੇ ਆਸ਼ਰਮ ਦੇ ਧਾਰਨੀ ਹੁੰਦੇ ਨੇ। ਫਿਰ 4 ਹੀ ਵਰਣ ਹੁੰਦੇ ਨੇ। ਪੰਡਤ ਖੇਡਾ ਸੋਨੀ ਜੀ ਆਪਣੇ ਮਨ ਵਿੱਚ ਵਿਚਾਰ ਕਰ ਰਹੇ ਨੇ ਕਿ ਗੁਰੂ ਸਾਹਿਬ ਦੇ ਦਰਸ਼ਨ ਤਾਂ ਉਹੀ ਕਰਦੇ ਨੇ ਜਿਹੜੇ ਆਪਣਾ ਆਸ਼ਰਮ ਔਰ ਆਪਣਾ ਵਰਣ ਤਿਆਗ ਕੇ ਗੁਰੂ ਕੇ ਲੰਗਰਾਂ ਵਿੱਚ ਇੱਕ ਸਮ ਬਰਾਬਰ ਬਹਿ ਕੇ ਪ੍ਰਸ਼ਾਦਾ ਛਕਦੇ ਨੇ, ਫਿਰ ਉਹ ਗੁਰੂ ਕੇ ਦਰਸ਼ਨਾਂ ਨੂੰ ਜਾਂਦੇ ਨੇ। ਹੁਣ ਮੈਂ ਆਪਣਾ ਆਸ਼ਰਮ ਕਿਵੇਂ ਤੋੜਾਂ? ਮੇਰਾ ਜਿਹੜਾ ਨੇਮ ਹੈ, ਮੈਂ ਆਪਣਾ ਨੇਮ ਕਿਵੇਂ ਤੋੜ ਸਕਦਾ ਹਾਂ? ਐਸਾ ਕੋ ਬੜ ਪ੍ਰੇਮੀ ਹੋਏ, ਗੁਰ ਹਿਤ ਰਖੈ ਪਰ ਸਭ ਖੋਏ। ਐਸਾ ਤਾਂ ਕੋਈ ਹੋਰ ਪ੍ਰੇਮੀ ਹੋ ਸਕਦਾ ਹੈ, ਮੇਰੇ 'ਚ ਕਿਹੜਾ ਕੋਈ ਇੰਨਾ ਪ੍ਰੇਮ ਹੈ? ਮੈਂ ਤਾਂ ਚਲੋ ਸੋਚਦਾ ਸੀ ਵੀ ਲੰਘਿਆ ਜਾਣਾ, ਗੁਰੂ ਜੀ ਦੇ ਦਰਸ਼ਨ ਕਰ ਜਾਣਾ, ਤੇ ਮੈਨੂੰ ਕਿਹੜਾ ਪ੍ਰੇਮ ਹੈ? ਉਹ ਤਾਂ ਕੋਈ ਪ੍ਰੇਮੀ ਹੋਵੇਗਾ ਤਾਂ ਹੀ ਇਹ ਸਾਰੇ ਨੇਮ ਤੋੜੇਗਾ। ਮੈਂ ਕਿਹੜਾ ਪ੍ਰੇਮੀ? ਸੋਚਦਾ ਹੈ ਆਪਣੇ ਮਨ ਹੀ ਮਨ ਕਿ ਮੈਂ ਕਿਹੜਾ ਪ੍ਰੇਮੀ? ਐਸਾ ਤਾਂ ਕੋਈ ਪ੍ਰੇਮੀ ਹੋਵੇ, ਉਹ ਹੀ ਸਾਰੇ ਆਪਣੇ ਨੇਮ ਛੱਡ ਕੇ, ਆਪਣੇ ਸਾਰੇ ਵਰਨ ਆਸ਼ਰਮ ਦੇ ਭੇਦ ਭਾਵ ਨੂੰ ਤਿਆਗ ਕੇ ਲੰਗਰ 'ਚ ਪ੍ਰਸ਼ਾਦਾ ਛਕ ਕੇ ਗੁਰੂ ਦੇ ਦਰਸ਼ਨ ਕਰੇ। ਮੈਂ ਕੋਈ ਏਡਾ ਵੱਡਾ ਪ੍ਰੇਮੀ ਨਹੀਂ ਕਿ ਮੈਂ ਆਪਣਾ ਨੇਮ ਤੋੜ ਕੇ, ਨੇਮ ਛੱਡ ਕੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਵਾਂ। ਦੁਰਲਭ ਵਰਨ ਸੁਆਸ਼ਰਮ ਧਰਮ, ਨੇ ਤਜ ਸਕੋ ਸਹਿਤ ਜਗ ਸ਼ਰਮ। ਮੇਰਾ ਜਿਹੜਾ ਆਸ਼ਰਮ ਹੈ, ਮੇਰਾ ਜਿਹੜਾ ਵਰਨ ਹੈ, ਮੇਰਾ ਜਿਹੜਾ ਧਰਮ ਹੈ, ਉਹ ਤਾਂ ਬੜਾ ਦੁਰਲਭ ਹੈ। ਉਹ ਥੋੜੀ ਲੱਭਦਾ, ਨਾ ਚੰਗਾ ਆਸ਼ਰਮ ਲੱਭਦਾ ਹੈ, ਨਾ ਚੰਗਾ ਵਰਨ ਲੱਭਦਾ ਹੈ। ਮੇਰਾ ਇਹ ਵਰਨ, ਮੇਰਾ ਇਹ ਆਸ਼ਰਮ, ਮੇਰਾ ਇਹ ਧਰਮ ਬੜਾ ਦੁਰਲਭ ਹੈ, ਤੇ ਮੈਂ ਇਹ ਨਹੀਂ ਛੱਡ ਸਕਦਾ। ਮੈਂ ਬੜੀ ਮਿਹਨਤ ਘਾਲ ਘਾਲ ਕੇ, ਮਸ਼ੱਕਤਾਂ ਘਾਲ ਘਾਲ ਕੇ ਆਪਣੇ ਵਰਨ ਨੂੰ ਰੱਖਿਆ, ਆਪਣੇ ਆਸ਼ਰਮ ਨੂੰ ਰੱਖਿਆ, ਆਪਣੇ ਨੇਮ ਦੀ ਪਾਲਣਾ ਕੀਤੀ। ਕਈ ਵਾਰ ਭੁੱਖਿਆਂ ਵੀ ਰਹਿ ਕੇ ਮੈਂ ਸਮਾਂ ਪਾਸ ਕੀਤਾ। ਜੇ ਮੈਨੂੰ ਕਿਤੇ ਪ੍ਰਸ਼ਾਦਾ ਨਹੀਂ ਮਿਲਿਆ ਤੇ ਮੈਂ ਭੁੱਖਾ ਵੀ ਰਿਹਾ, ਤੇ ਮੈਂ ਇੱਥੇ ਆਪਣਾ ਧਰਮ ਨਹੀਂ ਛੱਡ ਸਕਦਾ। ਇੱਥੇ ਜਿਹੜਾ ਮੇਰਾ ਇਹ ਨੇਮ ਹੈ, ਇਹ ਨੇਮ ਮੈਂ ਇੱਥੇ ਨਹੀਂ ਤਿਆਗ ਸਕਦਾ, ਕਿਉਂਕਿ ਇਹ ਮੇਰੇ ਵਾਸਤੇ ਬੜੇ ਦੁਰਲਭ ਨੇ। ਮੈਂ ਇਸ ਸੰਸਾਰ ਵਿੱਚ ਬੜੀ ਮਿਹਨਤ ਘਾਲ ਘਾਲ ਕੇ ਇਸ ਧਰਮ ਦੀ ਪਾਲਣਾ ਕੀਤੀ ਹੈ। ਇਮ ਔਰ ਤਰਕਤ ਤੋ ਹਟ ਰਹਿਓ, ਅੰਤਰ ਗਇਓ ਨਾ ਦਰਸ਼ਨ ਲਿਓ। ਇਦਾਂ ਆਪਣੇ ਮਨ ਵਿੱਚ ਤਰਕ ਕਰਕੇ ਭਾਈ ਖੇਡਾ ਸੋਇਨੀ ਜੀ ਉੱਥੋਂ ਦਰਵਾਜ਼ੇ ਤੋਂ ਹੀ ਮੁੜ ਗਏ, ਦਰਵਾਜ਼ੇ ਤੋਂ ਹੀ ਹਟ ਗਏ, ਅੰਦਰ ਨਹੀਂ ਗਏ। ਗੁਰੂ ਸਾਹਿਬ ਦੇ ਨਾ ਦਰਸ਼ਨ ਕੀਤੇ ਤੇ ਨਾ ਹੀ ਅੰਦਰ ਦਰਬਾਰ 'ਚ ਗਏ। ਤਰਕ ਜੋ ਆ ਗਈ ਮਨ ਵਿੱਚ, ਮੈਂ ਆਪਣਾ ਨੇਮ ਕਿਵੇਂ ਛੱਡਾਂ? ਇੱਥੇ ਤਾਂ ਉਹੀ ਅੰਦਰ ਜਾ ਸਕਦਾ ਜਿਹੜਾ ਆਪਣਾ ਨੇਮ ਛੱਡੇ, ਆਪਣਾ ਵਰਨ ਆਸ਼ਰਮ ਤਿਆਗ ਕੇ ਅੰਦਰ ਜਾਵੇ, ਉਹਨੂੰ ਹੀ ਦਰਸ਼ਨ ਹੁੰਦੇ ਨੇ। ਮੈਂ ਤਾਂ ਨਹੀਂ ਛੱਡ ਸਕਦਾ। ਏਦਾਂ ਆਪਣੇ ਮਨ ਵਿੱਚ ਤਰਕ ਕਰਕੇ ਭਾਈ ਖੇਡਾ ਸੋਇਨੀ ਜੀ ਪਿੱਛੇ ਹਟ ਗਏ ਦਰਵਾਜ਼ੇ ਤੋਂ, ਔਰ ਅੰਦਰ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਕੀਤੇ। ਗਮਨਿਓ ਪੰਥ ਅਗਾਰੀ ਫੇਰ, ਲਿਓ ਸੰਗ ਮੈਂ ਸੰਗ ਬਡੇਰ। ਗੋਇੰਦਵਾਲ ਸਾਹਿਬ ਤੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਬਿਨਾਂ ਹੀ ਭਾਈ ਖੇਡਾ ਸੋਇਨੀ ਜੀ ਚੱਲ ਪਏ, ਔਰ ਆਪਣੇ ਨਾਲ ਜਿਹੜੇ ਸੰਗੀ ਸਾਥੀ ਸੀ ਉਹਨਾਂ ਨੂੰ ਵੀ ਲੈ ਲਿਆ ਵੀ ਚਲੋ ਚੱਲੀਏ। ਇੱਥੇ ਆਪਣੇ ਭਾਗ ਨਹੀਂ ਵੀ ਅਸੀਂ ਉਹਨਾਂ ਦੇ ਦਰਸ਼ਨ ਕਰ ਲਈਏ। ਇੱਥੇ ਤਾਂ ਹੋਰ ਮਰਿਆਦਾ, ਉਹ ਮਰਿਆਦਾ ਸਾਡੇ ਕੋਲੋਂ ਨਹੀਂ ਪਾਲੀ ਜਾਣੀ। ਨਾਲ ਦੇ ਸਾਥੀਆਂ ਨੂੰ, ਸੰਗੀਆਂ ਨੂੰ ਲਿਆ। ਭਾਈ ਖੇਡਾ ਸੋਇਨੀ ਜੀ ਗੋਇੰਦਵਾਲ ਸਾਹਿਬ ਤੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਬਿਨਾਂ ਹੀ ਟੁਰ ਪਏ। ਗੋਇੰਦਵਾਲ ਤਜਿਓ ਦੋਏ ਕੋਸ, ਜਾਏ ਕਰਿਓ ਡੇਰਾ ਸ਼ਰਮ ਹੋਸ। 2 ਕੋਹ ਦਾ ਪੈਂਡਾ ਤੈਅ ਕਰਕੇ ਭਾਈ ਖੇਡਾ ਸੋਇਨੀ ਜੀ ਆਪਣੇ ਸੰਗੀਆਂ ਨਾਲ ਗਏ ਸੀ। ਸ਼ਾਮ ਦਾ ਸਮਾਂ ਹੋ ਚੁੱਕਾ ਸੀ ਤੇ 2 ਕੋਹ ਦੀ ਵਾਟ ਚੱਲ ਕੇ ਗਏ ਸੀ। ਹਾਲੇ ਖਾਨ ਪਾਨ ਕਰਕੇ ਜਬ ਸੋਇਓ, ਮਹਾ ਭਿਆਨਕ ਸੁਪਨੋ ਜੋਇਓ। ਤੇ ਰਸਤੇ ਦੀ ਥਕਾਵਟ ਹੋ ਗਈ। ਪੈਂਡਾ ਪਿੱਛੋਂ ਬੜਾ ਲੰਮਾ ਤੈਅ ਕਰਕੇ ਆਏ ਸਨ।
ਇਹਨਾਂ ਵਿਚਾਰ ਕੀਤੀ ਵੀ ਅੱਜ ਇੱਥੇ ਹੀ ਡੇਰਾ ਕਰਕੇ ਵਿਸ਼ਰਾਮ ਕਰ ਲਈਏ। ਤੋ ਗੋਇੰਦਵਾਲ ਸਾਹਿਬ ਤੋਂ 2 ਕੋਹ ਦੀ ਵਾੜ ਤੇ ਇਹਨਾਂ ਨੇ ਡੇਰਾ ਕਰ ਲਿਆ ਤੇ ਰਾਤ ਦਾ ਸਮਾਂ ਸੀ। ਲੰਗਰ ਪ੍ਰਸ਼ਾਦਾ ਇਹਨਾਂ ਨੇ ਤਿਆਰ ਕੀਤਾ ਆਪਣੀ ਸੁਚਮਤਾ ਨਾਲ ਜਿਵੇਂ ਕਰਦੇ ਨੇ, ਤੇ ਲੰਗਰ ਪ੍ਰਸ਼ਾਦਾ ਛਕ ਕੇ ਇਹ ਭਾਈ ਖੇਡਾ ਸੋਇਨੀ ਜੀ ਆਪਣੇ ਸੰਗੀਆਂ ਸਮੇਤ ਰਾਤ ਨੂੰ ਸੌਂ ਗਏ ਹਨ। ਮਹਾ ਭਿਆਨਕ ਸੁਪਨੋ ਹੋਇਓ। ਕਹਿੰਦੇ ਜਦੋਂ ਸੁੱਤੇ ਤੇ ਸੁੱਤੇ ਪਿਆਂ ਨੂੰ ਇੱਕ ਬੜਾ ਭਿਆਨਕ ਸੁਪਨਾ ਆਇਆ। ਖੇਡਾ ਸੋਇਨੀ ਜਦੋਂ ਸੌਂ ਗਏ ਨਾ ਤੇ ਸੁੱਤੇ ਪਿਆਂ ਨੂੰ ਇੱਕ ਬੜਾ ਭਿਆਨਕ ਖੌਫਨਾਕ ਸੁਪਨਾ ਆਇਆ। ਦਾਰਨ ਰੂਪ ਕਾਲ ਕਾਹੇਰ, ਤਰਾਸ ਪਾਏ ਕਰ ਬੋਲਿਓ ਫੇਰ। ਤੇ ਸੁਪਨੇ ਦੇ ਵਿੱਚ ਬੜੇ ਭਿਆਨਕ ਰੂਪ ਦੇ ਦਰਸ਼ਨ ਕੀਤੇ, ਵੀ ਕਾਲਕਾ ਦੇ ਦਰਸ਼ਨ ਹੋਏ ਸੁਪਨੇ 'ਚ। ਕਾਲਕਾ ਜੀ ਨੇ ਬੜਾ ਭਿਆਨਕ ਰੂਪ ਧਾਰਨ ਕੀਤਾ, ਬੜਾ ਕਰੂਰਾ ਕਾਲਾ ਸ਼ਾਹ ਉਹਦਾ ਰੰਗ, ਲਾਲ ਰੰਗ ਦੀ ਜੀਭ, ਅੱਖਾਂ ਤੱਡੀਆਂ ਹੋਈਆਂ, ਹੱਥਾਂ ਵਿੱਚ ਸ਼ਸਤਰ ਫੜੇ ਹੋਏ, ਗਲ ਦੇ ਵਿੱਚ ਮੁੰਡੀਆਂ ਦੀ ਮਾਲਾ ਪਾਈ ਹੋਈ। ਬੜਾ ਭਿਆਨਕ ਰੂਪ ਜਿਹੜਾ ਬਣਾ ਕੇ ਕਾਲਕਾ ਨੇ, ਕਾਲਕਾ ਦਾ ਰੂਪ ਬੜਾ ਭਿਆਨਕ ਹੈ। ਉਸੇ ਭਿਆਨਕ ਰੂਪ ਦੇ ਦਰਸ਼ਨ ਦਿੱਤੇ ਖੇਡੇ ਸੋਇਨੀ ਨੂੰ ਸੁਪਨੇ ਵਿੱਚ ਆ ਕੇ। ਤੇ ਭਾਈ ਖੇਡਾ ਸੋਇਨੀ ਜੀ ਨੇ ਸੁਪਨੇ ਵਿੱਚ ਕਾਲਕਾ ਦੇ ਉਸ ਮਹਾ ਭਿਆਨਕ ਰੁਦਰ ਰੂਪ ਨੂੰ ਵੇਖਿਆ, ਦਰਸ਼ਨ ਕੀਤੇ। ਤਰਾਸ ਪਾਏ ਕਰ ਬੋਲਿਓ ਫੇਰ, ਏ ਮਾਤਾ ਮੈਂ ਭਗਤ ਤੁਮਾਰਾ, ਕਰੂਰ ਜੋਗਨੀ ਮੋਏ ਪਰਵਾਰਾ। ਕਾਲਕਾ ਦੇ ਭਿਆਨਕ ਰੂਪ ਨੂੰ ਜਦੋਂ ਸੁਪਨੇ 'ਚ ਭਾਈ ਖੇਡਾ ਸੋਇਨੀ ਜੀ ਨੇ ਵੇਖਿਆ ਤੇ ਵੇਖ ਕੇ ਡਰ ਗਏ, ਤੇ ਡਰਦਿਆਂ ਹੋਇਆਂ ਹੱਥ ਜੋੜ ਕੇ ਸੁਪਨੇ 'ਚ ਹੀ ਬੇਨਤੀ ਕਰਨ ਲੱਗੇ, ਹੇ ਮਾਤਾ ਮੈਂ ਤਾਂ ਤੇਰਾ ਭਗਤ ਹਾਂ, ਤੇ ਭਗਤਾਂ ਨੂੰ ਤੂੰ ਇਹੋ ਜਿਹਾ ਰੂਪ ਥੋੜੀ ਵਿਖਾਉਣੀ ਹੈ, ਇਹ ਰੂਪ ਤਾਂ ਤੂੰ ਆਪਣੇ ਦੁਸ਼ਮਣਾਂ ਨੂੰ ਵਿਖਾਉਣੀ ਹੈ। ਜਿਹੜੇ ਤੇਰੇ ਭਗਤਾਂ ਦੇ ਦੁਸ਼ਮਣ ਨੇ ਉਹਨਾਂ ਨੂੰ ਤੂੰ ਇਹੋ ਜਿਹਾ ਰੂਪ ਪ੍ਰਗਟ ਕਰਕੇ ਵਿਖਾਉਣੀ ਹੈ। ਮੈਂ ਤਾਂ ਤੇਰਾ ਭਗਤ ਹਾਂ, ਤੇਰੀ ਭਗਤੀ ਕਰਦਾ ਹਾਂ, ਤੇ ਤੂੰ ਮੈਨੂੰ ਇਹੋ ਜਿਹਾ ਵਿਕਰਾਲ ਰੂਪ, ਇਹੋ ਜਿਹਾ ਜਿਹੜਾ ਭਿਆਨਕ ਰੂਪ ਹੈ, ਇਸ ਰੂਪ ਵਿੱਚ ਆ ਕੇ ਦਰਸ਼ਨ ਕਿਉਂ ਦੇ ਰਹੀ ਹੈ। ਕਰੂਰ ਜੋਗਨੀ ਮੋਏ ਪਰਵਾਰਾ, ਇਨ ਤੇ ਰੱਛਾ ਮੇਰੀ ਕਰੀਐ, ਨੈ ਪੱਖੈ ਸਗਰੀ ਨਿਰਵਰੀਐ। ਆ ਤੁਹਾਡੇ ਨਾਲ ਜੋਗਣੀਆਂ ਆਈਆਂ ਨੇ 64, ਇਹ ਬੜੀਆਂ ਕਰੂਰ ਨੇ, ਭਿਆਨਕ ਨੇ, ਇਹਨਾਂ ਨੇ ਹੱਥਾਂ ਵਿੱਚ ਖੱਪਰ ਫੜੇ ਹੋਏ ਨੇ, ਇਹ ਤਾਂ ਮੇਰਾ ਲਹੂ ਪੀਣ ਦੀਆਂ ਪਿਆਸੀਆਂ ਬਣ ਕੇ ਮੇਰੇ ਵੱਲ ਦੌੜੀਆਂ ਆਉਂਦੀਆਂ ਨੇ। ਹੇ ਮਾਤਾ, ਹੇ ਜਗ ਮਾਈ, ਤੂੰ ਕਿਰਪਾ ਕਰ ਮੇਰੇ ਤੇ, ਮੈਨੂੰ ਇਹਨਾਂ ਤੋਂ ਬਚਾਏ, ਮੈਨੂੰ ਖਾ ਜਾਣਗੀਆਂ, ਮੇਰੀ ਇਹਨਾਂ ਤੋਂ ਰੱਛਿਆ ਕਰ, ਕਿਉਂਕਿ ਮੈਂ ਤਾਂ ਤੇਰਾ ਭਗਤ ਹਾਂ। ਤੇ ਇਹ ਜਿਹੜੀਆਂ ਯੋਗਣੀਆਂ ਨੇ ਤੇਰੇ ਭਗਤਾਂ ਤੇ ਹਾਵੀ ਨਹੀਂ ਹੁੰਦੀਆਂ, ਇਹ ਜਿਹੜੀਆਂ ਕੱਲ ਜੋਗਣਾ ਆਈਆਂ ਨੇ ਤੇਰੇ ਨਾਲ, ਕਿਉਂਕਿ ਕਾਲਕਾ ਨਾਲ ਕੱਲ ਜੋਗਣਾ ਵੀ ਆਉਂਦੀਆਂ ਨੇ, ਤੇ ਇਹ ਜਿਹੜੀਆਂ ਕੱਲ ਜੋਗਣਾ ਨੇ ਮੈਨੂੰ ਭੱਖ ਜਾਣਗੀਆਂ, ਖਾ ਜਾਣਗੀਆਂ, ਇਹਨਾਂ ਤੋਂ ਮੇਰੀ ਰੱਖਿਆ ਕਰ, ਇਹਨਾਂ ਤੋਂ ਮੈਨੂੰ ਬਚਾਉਣਾ ਕਰ। ਕੌਣ ਦੋਸ਼ ਮੇਰੋ ਅਸ ਜੋਵਾ, ਜਿਸ ਤੇ ਤਰਾਸਕ ਦਰਸ਼ਨ ਹੋਆ। ਇਹੋ ਜਿਹਾ ਮੇਰਾ ਕਿਹੜਾ ਦੋਸ਼ ਹੈ ਜਿਹੜਾ ਮੇਰੇ ਵਿੱਚ ਤੁਸੀਂ ਵੇਖਿਆ? ਮੇਰੇ ਕੋਲੋਂ ਇਹੋ ਜੀ ਕਿਹੜੀ ਭੁੱਲ ਹੋਈ ਹੈ, ਮੇਰੇ ਕੋਲੋਂ ਇਹੋ ਜਿਹਾ ਕਿਹੜਾ ਗੁਨਾਹ ਹੋਇਆ ਕਿ ਮੇਰੇ ਜਿਸ ਗੁਨਾਹ ਨੂੰ, ਮੇਰੇ ਜਿਸ ਭੁੱਲ ਨੂੰ ਵੇਖ ਕੇ ਤੁਸੀਂ ਮੈਨੂੰ ਇਹੋ ਜਿਹਾ ਕਰੂਰ ਰੂਪ ਦੇ ਕੇ ਦਰਸ਼ਨ ਦੇ ਰਹੇ ਹੋ। ਜ਼ਰੂਰ ਮੇਰੀ ਕੋਈ ਭੁੱਲ ਹੈ, ਮੇਰੇ ਕੋਲੋਂ ਕੋਈ ਗੁਨਾਹ ਹੋਇਆ, ਪਰ ਆਪ ਕਿਰਪਾ ਕਰਕੇ ਦੱਸੋ ਹੇ ਮਾਈ ਕਿ ਮੇਰੇ ਕੋਲੋਂ ਇਹੋ ਜਿਹਾ ਕਿਹੜਾ ਗੁਨਾਹ ਹੋ ਗਿਆ ਕਿ ਜਿਸ ਗੁਨਾਹ ਕਰਕੇ ਤੁਸੀਂ ਮੈਨੂੰ ਇਹੋ ਜਿਹੇ ਕਰੂਰ ਰੂਪ 'ਚ ਦਰਸ਼ਨ ਦੇ ਰਹੇ ਹੋ। ਸੁਪਨੇ ਮੈਂ ਤਿਸ ਕੋ ਸਮਝਾਇਓ, ਹੋ ਤੋ ਭਗਤ ਤਬ ਦਰਸ਼ਨ ਪਾਇਓ। ਉਸ ਵੇਲੇ ਜਗ ਮਾਈ ਕਾਲਕਾ ਬੋਲੀ, ਸੁਪਨੇ ਵਿੱਚ ਹੀ ਇਹਨੂੰ ਸਮਝਾਉਣ ਲੱਗੀ, ਭਾਈ ਖੇਡਾ ਸੋਇਨੀ ਨੂੰ ਸਮਝਾ ਕੇ ਕਹਿਣ ਲੱਗੀ, ਪੰਡਤ ਜੀ ਤੁਸੀਂ ਮੇਰੇ ਭਗਤ ਹੋ, ਤੇ ਮੇਰੀ ਭਗਤੀ ਕਰਕੇ ਤੁਹਾਨੂੰ ਇਹ ਫਲ ਮਿਲਿਆ ਵੀ ਤੁਹਾਨੂੰ ਸੱਚਾ ਗੁਰੂ ਲੱਭ ਗਿਆ ਸੀ। ਭਗਤੀ ਤੁਸੀਂ ਮੇਰੀ ਕੀਤੀ, ਪਰ ਜਿਹੜੀ ਮੁਕਤੀ ਚਾਹੀਦੀ ਹੈ ਨਾ, ਉਹ ਮੁਕਤੀ ਨਹੀਂ ਮੇਰੇ ਕੋਲੋਂ ਮਿਲਣੀ, ਉਹ ਤੁਹਾਨੂੰ ਮਿਲਣੀ ਸੀ ਸੱਚੇ ਗੁਰੂ ਕੋਲੋਂ, ਜਿਨ੍ਹਾਂ ਨੂੰ ਤੁਸੀਂ ਗੋਇੰਦਵਾਲ ਸਾਹਿਬ ਦੇ ਵਿੱਚ ਛੱਡ ਕੇ ਆਏ, ਉਹਨਾਂ ਦੇ ਦਰਸ਼ਨ ਨਹੀਂ ਕਰਕੇ ਆਏ ਨਾ, ਉਹ ਸੱਚੇ ਗੁਰੂ ਨੇ। ਕਿਉਂਕਿ ਸਤਿਗੁਰਾਂ ਦਾ ਬਚਨ ਹੈ, ਤੁਮ ਕਹੀयत हो आद भवानी, मुक्त की बरिया कहाँ छुपानी। ਤੈਨੂੰ ਕਿਹਾ ਜਾਂਦਾ ਵੀ ਤੂੰ ਭਵਾਨੀ ਹੈ, ਸਾਰਿਆਂ ਦੀ ਮਾਤਾ ਹੈ,
ਪਰ ਜਦੋਂ ਮੁਕਤੀ ਮੰਗੀ ਦੀ ਆ ਉਦੋਂ ਕਿੱਥੇ ਚੁੱਪ ਜਾਨੀ, ਮੁਕਤੀ ਨਹੀਂ ਦੇ ਸਕਦੀ। ਇਸ ਕਰਕੇ ਕਾਲਕਾ ਕਹਿ ਰਹੀ ਹੈ ਪੰਡਤ ਖੇਡਾ ਸੋਇਨੀ ਨੂੰ ਕਿ ਖੇਡਾ ਸੋਇਨੀ ਜੀ, ਤੁਸੀਂ ਮੇਰੇ ਭਗਤ ਹੋ, ਤੁਸੀਂ ਮੇਰੀ ਭਗਤੀ ਕੀਤੀ ਹੈ, ਇਸ ਕਰਕੇ ਤੁਹਾਨੂੰ ਸੱਚੇ ਗੁਰੂ ਦਾ ਮੇਲ ਪ੍ਰਾਪਤ ਹੋਇਆ ਸੀ, ਸੱਚੇ ਗੁਰੂ ਦੇ ਨਾਲ ਤੁਹਾਨੂੰ ਮੇਲ ਮਿਲਣਾ ਸੀ। ਮੋਹੇ ਭਗਤ ਕਰਬੇ ਫਲੇ ਵੈ, ਸ਼ਰਦਾ ਯੁਤ ਦਰਸ਼ਨ ਗੁਰ ਦਰਸ਼ਨ ਲੈ। ਤੈਨੂੰ ਮੇਰੀ ਭਗਤੀ ਦਾ ਇਹ ਫਲ ਮਿਲਣਾ ਸੀ ਕਿ ਤੂੰ ਸ਼ਰਧਾ ਸਹਿਤ ਗੁਰੂ ਅਮਰਦਾਸ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰਦਾ। ਮੇਰੀ ਭਗਤੀ ਦਾ ਤਾਂ ਇਹ ਫਲ ਸੀ, ਮੁਕਤੀ ਮੈਂ ਤੈਨੂੰ ਦੇ ਨਹੀਂ ਸਕਦੀ, ਗੁਰੂ ਨਾਲ ਤੈਨੂੰ ਮਿਲਾ ਦੇਣਾ ਸੀ, ਗੁਰੂ ਨਾਲ ਤੇਰੇ ਭਾਗਾਂ ਨੇ ਤੈਨੂੰ ਮਿਲਾ ਦੇਣਾ ਸੀ। ਤੇ ਤੈਨੂੰ ਇਹ ਚਾਹੀਦਾ ਸੀ ਕਿ ਤੂੰ ਆਪਣੇ ਮਨ ਵਿੱਚ ਸ਼ਰਧਾ ਧਾਰ ਕੇ, ਭਾਵਨਾ ਧਾਰ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕਰਦਾ। ਨਾਹੀਂ ਤਾਂ ਮੇਰੀ ਭਗਤ ਨਾ ਪਾਵੈ, ਗੁਰ ਤੇ ਬੇਮੁਖ ਹੋਏ ਦਰਸਾਵੈ। ਇਹ ਗੱਲ ਯਾਦ ਰੱਖੀ ਖੇਡਾ ਸੋਇਨੀ, ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਮੇਰੇ ਕੋਲ ਆਉਂਦਾ ਹੈ ਉਹਦੇ ਤੇ ਮੇਰੀ ਦਇਆ ਦ੍ਰਿਸ਼ਟੀ ਕਦੇ ਨਹੀਂ ਹੋ ਸਕਦੀ। ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਛੱਡ ਕੇ ਨਾ ਦੇਵੀ ਦੇਵਤਿਆਂ ਵਾਲੇ ਪਾਸੇ ਟੁਰੇ ਫਿਰਦੇ, ਦੇਵੀਆਂ ਦੇ ਮੰਦਰਾਂ 'ਚ ਜਾ ਕੇ ਨੱਕਾਂ ਰਗੜਦੇ ਫਿਰਦੇ, ਉਹਨਾਂ ਨੂੰ ਸਾਰਿਆਂ ਨੂੰ ਸੁਣਾ ਰਹੇ ਨੇ। ਦੇਵੀ ਖੁਦ ਕਹਿ ਰਹੀ ਹੈ ਕਿ ਜਿਹੜੇ ਗੁਰੂ ਦਾ ਆਸਰਾ ਛੱਡ ਕੇ ਗੁਰੂ ਤੋਂ ਬੇਮੁਖ ਹੋ ਕੇ ਮੇਰੇ ਕੋਲ ਆਉਂਦੇ ਨੇ ਨਾ, ਉਹਨਾਂ ਨੂੰ ਮੇਰੀ ਭਗਤੀ ਨਹੀਂ ਮਿਲਦੀ, ਮੈਂ ਉਹਨਾਂ ਨੂੰ ਨਹੀਂ ਮਿਲਦੀ, ਨਾ ਹੀ ਮੈਂ ਉਹਨਾਂ ਦੀ ਕੋਈ ਸੁਣਦੀ ਆ। ਵੀ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਆਇਆ, ਕਿਉਂਕਿ ਉੱਥੇ ਸੰਕੇਤ ਦੇ ਰਹੀ ਹੈ ਕਿ ਜੋ ਕੁਝ ਮੈਂ ਆਪਣੇ ਭਗਤਾਂ ਨੂੰ ਦੇਣੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਗੁਰੂ ਨਾਨਕ ਦੇ ਘਰੋਂ ਲੈ ਕੇ ਦਿੰਨੀ। ਤੇ ਜਿਹੜਾ ਗੁਰੂ ਨਾਨਕ ਤੋਂ ਹੀ ਬੇਮੁਖ ਹੋ ਕੇ ਆ ਗਿਆ, ਮੈਂ ਉਹਨੂੰ ਕੀ ਦਿਆਂਗੀ। ਇਸ ਕਰਕੇ ਕਹਿੰਦੀ ਹੈ ਖੇਡਾ ਸੋਇਨੀ ਜੀ, ਗੁਰੂ ਤੋਂ ਤੁਸੀਂ ਬੇਮੁਖ ਹੋ ਕੇ ਆਏ ਹੋ ਤੇ ਗੁਰੂ ਤੋਂ ਬੇਮੁਖ ਹੋ ਕੇ ਆਇਆ ਨੂੰ ਮੇਰੀ ਭਗਤੀ ਦੀ ਪ੍ਰਾਪਤੀ ਨਹੀਂ ਹੁੰਦੀ। ਜਗ ਤੇ ਉਧਾਰਨ ਇਤੇ ਅਵਤਾਰ, ਭਗਤ ਰੂਪ ਹੋਏ ਰਹਿਤੀ ਉਦਾਰ। ਸਤਿਗੁਰੂ ਜੀ ਇਸ ਮਾਤ ਲੋਕ ਦੀ ਧਰਤੀ ਤੇ ਜਗਤ ਦਾ ਉਧਾਰ ਕਰਨ ਵਾਸਤੇ ਆਏ ਨੇ। ਜਗਤ ਦੇ ਜੀਵਾਂ ਦੇ ਉਧਾਰ ਵਾਸਤੇ ਅਕਾਲ ਪੁਰਖ ਦਾ ਅਵਤਾਰ ਬਣਾ ਕੇ ਸਤਿਗੁਰੂ ਜੀ ਆਏ ਨੇ। ਉਹ ਅਕਾਲ ਪੁਰਖ ਦਾ ਅਵਤਾਰ ਨੇ, ਜਹਰਾ ਅਵਤਾਰ ਨੇ, ਪ੍ਰਤੱਖ ਅਵਤਾਰ ਨੇ। ਉਹੀ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦਾ ਸਰੂਪ ਹਨ। ਲੱਖੋਂ ਲੋਕ ਸੁਮਤ ਕੋ ਪਾਏ, ਸਿੱਖੀ ਮਾਰਗ ਕੋ ਪ੍ਰਗਟਾਏ। ਪਰ ਉਹ ਆਪਣਾ ਆਪ ਪ੍ਰਗਟ ਨਹੀਂ ਕਰਦੇ, ਆਪਣਾ ਆਪ ਜ਼ਾਹਰ ਨਹੀਂ ਕਰਦੇ, ਆਪਣਾ ਆਪ ਲੁਕਾ ਕੇ ਰੱਖਦੇ ਨੇ। ਹੈਣ ਤਾਂ ਅਵਤਾਰ, ਪਰ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ। ਜਿਨ੍ਹਾਂ ਨੇ ਜਗਤ ਦੇ ਵਿੱਚ ਲੱਖਾਂ ਲੋਕਾਂ ਨੂੰ, ਸੈਂਕੜੇ ਲੋਕਾਂ ਨੂੰ, ਲੱਖਾਂ ਲੋਕਾਂ ਨੂੰ ਗੁਰਸਿੱਖੀ ਦੇ ਮਾਰਗ ਤੇ ਚਲਾ ਕੇ ਉਹਨਾਂ ਨੂੰ ਮੁਕਤੀ ਦਾ ਅਧਿਕਾਰੀ ਬਣਾਇਆ। ਜਿਹੜੇ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ, ਗੁਰਸਿੱਖੀ ਦੇ ਮਾਰਗ ਤੇ ਚੱਲਦੇ ਨੇ, ਉਹਨਾਂ ਦੀ ਕਲਿਆਣ ਹੁੰਦੀ ਆ, ਉਹਨਾਂ ਦੀ ਮੁਕਤੀ ਹੁੰਦੀ ਹੈ। ਤੁਰੇ ਰਹੇ ਪ੍ਰਭ ਕੇ ਅਵਤਾਰ, ਹਟ ਅਬ ਮਿਲੋ ਭਰਮ ਨਿਰਵਾਰ। ਉਹ ਤਾਂ ਆਪ ਦੀਨ ਦੁਨੀਆ ਦੇ ਮਾਲਕ ਨੇ, ਅਵਤਾਰ ਨੇ ਅਕਾਲ ਪੁਰਖ ਦਾ, ਪਰ ਉਹ ਛੁਪ ਕੇ ਰਹਿੰਦੇ ਨੇ, ਆਪਣਾ ਆਪ ਪ੍ਰਗਟ ਨਹੀਂ ਕਰਦੇ। ਹੈਨ ਰੱਬ, ਪਰ ਆਪਣੇ ਆਪ ਨੂੰ ਰੱਬ ਦਾ ਦਾਸ ਬਣਾ ਕੇ ਪ੍ਰਗਟ ਕਰਦੇ ਵੀ ਮੈਂ ਤਾਂ ਉਹਦਾ ਦਾਸ ਹਾਂ। ਹੈਣ ਤਾਂ ਆਪ ਹੀ ਪਰਮੇਸ਼ਰ, ਪਰ ਆਪਣੇ ਆਪ ਨੂੰ ਪਰਮੇਸ਼ਰ ਨਹੀਂ ਪ੍ਰਗਟ ਕਰਦੇ, ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ। ਹੇ ਖੇਡਾ ਸੋਇਨੀ, ਜੇ ਤੈਨੂੰ ਮੁਕਤੀ ਚਾਹੀਦੀ ਹੈ ਨਾ ਤੇ ਜਾ ਆਪਣੇ ਮਨ ਦੇ ਭਰਮ ਛੱਡ ਕੇ ਉਹਨਾਂ ਦੀ ਸ਼ਰਨ 'ਚ ਪੈ ਜਾ। ਖੁਦ ਦੇਵੀ ਕਹਿ ਰਹੀ ਹੈ, ਆਪ ਜਿਹਦਾ ਭਗਤ ਸੀ ਖੇਡਾ ਸੋਇਨੀ, ਕਿ ਜੇ ਤੂੰ ਮੁਕਤੀ ਲੈਣੀ ਹੈ ਨਾ ਤੇ ਫਿਰ ਉਹਨਾਂ ਦੇ ਚਰਨਾਂ 'ਚ ਚਲਾ ਜਾ, ਭਰਮ ਛੱਡ ਕੇ ਉਹਨਾਂ ਦੀ ਸ਼ਰਨ 'ਚ ਪੈ ਜਾ। ਹੁਣ ਸੁਪਨੇ ਮੈਂ ਬੰਧਨ ਕੀਨ, ਜਾਗਿਓ ਪੁਨ ਅਚਰਜ ਮਨ ਲੀਨ। ਕਹਿੰਦੇ ਬੜੇ ਪਿਆਰ ਨਾਲ ਇਹਨੇ ਬੰਦਨਾ ਕੀਤੀ ਦੇਵੀ ਨੂੰ, ਅਚਰਜਤਾ ਨਾਲ ਇੱਕਦਮ ਇਹਦੀਆਂ ਅੱਖਾਂ ਖੋਲੀਆਂ। ਦਰਅਸਲ ਇਹ ਸੁਪਨਾ ਨਹੀਂ ਸੀ, ਸੱਚਾਈ ਸੀ। ਸੁਪਨਾ ਤਾਂ ਝੂਠ ਹੁੰਦਾ ਨਾ, ਪਰ ਸੁਪਨੇ ਵਿੱਚ ਉਸ ਢੰਗ ਦੇ ਨਾਲ ਅਚਰਜ ਖੇਡ ਬਣੀ, ਉਹ ਸੱਚੀ ਸੀ। ਕਹਿੰਦੇ ਆ ਬੜੀ ਹੈਰਾਨੀ ਨਾਲ ਇਹਦੇ ਨੇਤਰ ਖੁੱਲੇ ਹਨ। ਦੋਏਰਾ ਭਈ ਭੋਰ, ਉੱਠ ਕਰ ਹਟਿਓ ਦਰਸ਼ਨ ਗੁਰ ਕੀ ਪ੍ਰੀਤ। ਕਹਿੰਦੇ ਸਵੇਰ ਹੋਈ ਤੇ ਬੜੀ ਛੇਤੀ ਨਾਲ, ਕਾਹਲੀ ਨਾਲ ਉੱਠਿਆ ਵੀ ਮੈਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ। ਮੇਰੇ ਕੋਲੋਂ ਬੜਾ ਗੁਨਾਹ ਹੋ ਚੱਲਿਆ ਸੀ,
ਕਿ ਮੈਂ ਉਹਨਾਂ ਦੇ ਦਰਸ਼ਨਾਂ ਕੀਤੇ ਬਿਨਾਂ ਇੱਥੋਂ ਚੱਲਿਆ ਸਾਂ। ਕਹਿੰਦੇ ਉਸੇ ਵਕਤ ਸਵੇਰੇ ਮਹਾਰਾਜ ਜੀ ਦੇ ਦਰਸ਼ਨਾਂ ਦੀ ਪ੍ਰੀਤ ਆਪਣੇ ਹਿਰਦੇ 'ਚ ਧਾਰਨ ਕੀਤੀ ਹੈ। ਆਇਓ ਗੋਇੰਦਵਾਲ ਮੈਂ ਦਿੜ ਸ਼ਰਦਾ ਧਰ ਚੀਤ। ਆਪਣੇ ਚਿੱਤ ਵਿੱਚ ਬੜੀ ਪੱਕੀ ਸ਼ਰਧਾ ਧਾਰਨ ਕਰਕੇ, ਪ੍ਰਪੱਕ ਨਿਸ਼ਚਾ ਧਾਰਨ ਕਰਕੇ, ਇਹ ਬੜੀ ਕਾਹਲੀ ਨਾਲ ਚੱਲ ਕੇ ਭਾਈ ਖੇਡਾ ਸੋਇਨੀ ਜੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਆਏ ਹਨ। ਜੋ ਪਈ ਪ੍ਰਥਮ ਦੇਗ ਮੈਂ ਅਚਿਓ ਆਹਾਰਾ, ਪੁਨ ਗਮਨਿਓ ਜੈ ਸਤਿਗੁਰ ਦੁਆਰਾ। ਜਾ ਕੇ ਪਹਿਲਾਂ ਸਤਿਗੁਰਾਂ ਦੇ ਲੰਗਰਾਂ ਵਿੱਚ ਲੰਗਰ ਛਕਿਆ। ਹੁਣ ਸਾਰੇ ਨੇਮ ਛੱਡ ਦਿੱਤੇ ਵੀ ਉਹਨਾਂ ਦੇ ਦਰਸ਼ਨਾਂ ਬਿਨਾਂ ਕਲਿਆਣ ਨਹੀਂ ਹੋਣੀ। ਖੁਦ ਦੇਵੀ ਆ ਕੇ ਕਹਿ ਗਈ, ਜਿਹਦੇ ਦਰਸ਼ਨਾਂ ਨੂੰ ਮੈਂ ਚੱਲਿਆ ਸੀ ਉਹ ਕਹਿੰਦੀ ਮੇਰੇ ਦਰਸ਼ਨਾਂ 'ਚ ਨਹੀਂ ਕੁਝ ਲੱਭਣਾ, ਜੇ ਕੁਝ ਪ੍ਰਾਪਤ ਕਰਨਾ ਤਾਂ ਉੱਥੇ ਚਲਾ ਜਾ। ਤੇ ਹੁਣ ਜਾ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਵੀ ਛਕ ਲਿਆ। ਹੁਣ ਸਾਰੇ ਨੇਮ ਛੱਡ ਦਿੱਤੇ। ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਛਕ ਕੇ ਜਿਸ ਕੇ ਹਿਰਦੇ ਪ੍ਰੇਮ ਬਹੁ ਜਾਗਾ, ਜਾਗਨ ਲਗੇ ਭਾਲ ਕੇ ਭਾਗਾ। ਕਹਿੰਦੇ ਅੰਦਰ ਪ੍ਰੇਮ ਜਾਗ ਪਿਆ ਗੁਰੂ ਦਾ, ਬੜਾ ਭਾਰੀ ਪ੍ਰੇਮ। ਕਹਿੰਦੇ ਇਸ ਤਰ੍ਹਾਂ ਕਹਿ ਲਈਏ ਕਿ ਭਾਈ ਖੇਡੇ ਸੋਇਨੀ ਦੇ ਮੱਥੇ ਦੇ ਭਾਗ ਜਾਗ ਪਏ ਨੇ, ਇਹਦੇ ਮੱਥੇ ਦੇ ਪੂਰਬਲੇ ਜਨਮਾਂ ਦੇ ਕਰਮ ਜਾਗ ਪਏ ਨੇ, ਜਾਗਣ ਲੱਗੇ ਨੇ ਭਾਗ। ਉਹਨਾਂ ਭਾਗਾਂ ਸਦਕਾ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਹਿਰਦੇ 'ਚ ਪ੍ਰੇਮ ਜਾਗਿਆ। ਦਰਸ਼ਨ ਕਰਿਓ ਜਾਏ ਕਰ ਜਬੈ, ਪ੍ਰੇਮ ਅਧੀਨ ਪਰਿਓ ਪਦ ਤਵੈ। ਜਾ ਕੇ ਸਤਿਗੁਰਾਂ ਦੇ ਦਰਬਾਰ 'ਚ ਮਹਾਰਾਜ ਜੀ ਦੇ ਦਰਸ਼ਨ ਕੀਤੇ। ਸਾਹਿਬਾਂ ਦੀ ਸੋਹਣੀ ਸੁੰਦਰ ਮੂਰਤ ਦੇ ਦੀਦਾਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਤੇ ਡਿੱਗ ਕੇ ਮੱਥਾ ਟੇਕਿਆ। ਮਹਾਰਾਜ ਜੀ ਦੇ ਚਰਨਾਂ ਤੇ ਢੱਠ ਕੇ ਨਮਸਕਾਰ ਕੀਤੀ ਹੈ। ਸਤਿਗੁਰ ਨੇ ਬੂਝਿਓ ਦਿਜ ਕਹੋ, ਕਿਤ ਤੇ ਆਏ ਦਰਸ ਕੋ ਲਓ। ਮਹਾਰਾਜ ਜੀ ਨੇ ਵੇਖ ਕੇ ਪੰਡਤ ਜੀ ਵੱਲ, ਖੇਡਾ ਸੋਇਨੀ ਜੀ ਵੱਲ ਵੇਖ ਕੇ ਕਹਿਣ ਲੱਗੇ, ਪੰਡਤ ਜੀ ਕਿੱਥੋਂ ਆਏ ਜੇ, ਕਿਵੇਂ ਆਉਣਾ ਹੋਇਆ? ਅੰਤਰਜਾਮੀ ਸਾਹਿਬ ਜਾਣਦੇ ਤਾਂ ਸਭ ਕੁਝ ਨੇ, ਮਾਨਵੀ ਲੀਲਾ ਕਰਦੇ ਨੇ, ਇਸ ਕਰਕੇ ਪੁੱਛਦੇ ਨੇ, ਪੰਡਤ ਜੀ ਕਿੱਥੋਂ ਆਏ ਔਰ ਕਿਵੇਂ ਆਉਣਾ ਹੋਇਆ? ਸੁਨ ਖੇਡੇ ਨੇ ਸਰਬ ਬਿਰਤਾਂਤ, ਬਿਦਤ ਗੁਪਤ ਸਭ ਕਹਿ ਬਖਿਆਤ। ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਖੇਡਾ ਸੋਇਨੀ ਜੀ ਨੇ ਸਾਰਾ ਪ੍ਰਸੰਗ ਸੁਣਾਇਆ, ਜਿਹੜਾ ਪ੍ਰਗਟ ਸੀ ਉਹ ਵੀ, ਜਿਹੜਾ ਗੁਪਤ ਸੀ ਉਹ ਵੀ। ਕਿਵੇਂ ਰਾਤ ਨੂੰ ਸੁਪਨੇ ਵਿੱਚ ਦਰਸ਼ਨ ਹੋਏ ਕਾਲਕਾ ਦੇ ਭਿਆਨਕ ਰੂਪ ਦੇ, ਉਹ ਵੀ ਸਾਰਾ ਪ੍ਰਸੰਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣਾਇਆ। ਮਨ ਗਿਲਾਨ ਕਰ ਮੈਂ ਉੱਠ ਗਇਓ, ਦਾਰਨ ਦਰਸ ਕਾਲ ਕਾ ਭਇਓ। ਕਹਿਣ ਲੱਗਾ ਸਤਿਗੁਰੂ ਜੀ ਮੈਂ ਤਾਂ ਆਪਣੇ ਮਨ 'ਚ ਗਿਲਾਨੀ ਕਰਕੇ ਵੀ ਗੁਰੂ ਕੇ ਲੰਗਰਾਂ ਵਿੱਚ ਲੰਗਰ ਕਿਵੇਂ ਛਕਾਂ, ਉੱਥੇ ਤਾਂ ਸਾਰੇ ਨੀਵੇਂ ਵਰਨਾਂ ਦੇ ਲੋਕ ਪੇ ਪ੍ਰਸ਼ਾਦਾ ਛਕਦੇ ਨੇ। ਇਹ ਗਿਲਾਨੀ ਕਰਕੇ ਗਿਆ ਸੀ ਤੇ ਰਾਤ ਨੂੰ ਮੈਨੂੰ ਕਾਲਕਾ ਦੇ ਬੜੇ ਭਿਆਨਕ ਰੂਪ ਦੇ ਦਰਸ਼ਨ ਹੋਏ ਹਨ। ਤੁਮਰੋ ਭੇਦ ਬਤਾਇਓ ਸਾਰੋ, ਹਟ ਆਇਓ ਮੈਂ ਸ਼ਰਨ ਤੁਹਾਰੋ। ਤੇ ਉਸ ਕਾਲਕਾ ਨੇ ਮੈਨੂੰ ਆਪ ਜੀ ਦਾ ਭੇਦ ਦੱਸਿਆ ਹੈ, ਇਸ ਕਰਕੇ ਸਤਿਗੁਰੂ ਜੀ ਉਹਨੇ ਆਪ ਜੀ ਦੀ ਮਹਿਮਾ ਦੱਸੀ ਹੈ ਤੇ ਮੈਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਰਸਤੇ 'ਚੋਂ ਵਾਪਸ ਮੁੜ ਕੇ ਆਪ ਜੀ ਦੇ ਦੀਦਾਰ ਕਰਨ ਵਾਸਤੇ ਆਇਆ ਹਾਂ। ਅਬ ਮੇਰੇ ਪਰ ਜੇ ਤੁਮ ਦਇਆ, ਸੁਪਨੇ ਮੇ ਦੇਵੀ ਕਹਿ ਦਿਆ। ਹੁਣ ਜੇ ਤੁਸੀਂ ਮੇਰੇ ਤੇ ਦਇਆ ਕਰਨ ਲੱਗੇ ਜੇ ਤੇ ਹੈ ਗਰੀਬ ਨਵਾਜ ਪਾਤਸ਼ਾਹ, ਤੇ ਮੇਰੇ ਤੇ ਇੱਕ ਤਰਸ ਹੋਰ ਕਰ ਦਿਓ। ਮੈਂ ਬੇਨਤੀ ਕਰਦਾ ਵੀ ਸੁਪਨੇ ਵਿੱਚ ਮੈਨੂੰ ਜਿਹੜੀ ਦੇਵੀ ਦੇ ਦਰਸ਼ਨ ਹੋਏ ਹਨ, ਗੁਪਤ ਰੂਪ ਤਬ ਹੇਰਨ ਕਰਿਓ, ਸੁਨੇ ਬਾਕ ਜਿਸ ਤੇ ਮੈਂ ਮੁਰਿਓ। ਮੈਨੂੰ ਉਹਦੇ ਬੜੇ ਗੁੱਸੇ ਵਾਲੇ ਰੂਪ ਦੇ ਦਰਸ਼ਨ ਹੋਏ ਨੇ ਦੇਵੀ ਦੇ। ਰਾਤ ਨੂੰ ਸੁਪਨੇ ਵਿੱਚ ਜਦੋਂ ਮੈਂ ਦਰਸ਼ਨ ਕੀਤੇ ਨੇ ਦੇਵੀ ਦੇ, ਤੇ ਉਹਦਾ ਬੜਾ ਗੁੱਸੇ ਵਾਲਾ ਕਾਲਕਾ ਦਾ ਰੂਪ ਸੀ ਤੇ ਮੈਂ ਉਹਦੇ ਬੜੇ ਗੁਸੈਲੇ ਸੁਭਾਅ ਦੇ ਦਰਸ਼ਨ ਕੀਤੇ ਨੇ, ਗੁੱਸੇ ਵਾਲੇ ਸਰੂਪ ਦੇ ਦਰਸ਼ਨ ਕੀਤੇ ਨੇ ਔਰ ਉਹਦੇ ਵਾਕ ਸੁਣੇ ਹਨ। ਸੁਨੇ ਬਾਕ ਜਿਸ ਤੇ ਮੈਂ ਮੁਰਿਓ, ਸੋ ਸਰੂਪ ਜਗਮਾਲ ਮਹਾਬਰ, ਭਈ ਕਿ ਨਹੀਂ ਪ੍ਰਸੰਨ ਮੋਏ ਪਰ। ਮਹਾਰਾਜ ਰਾਤ ਨੂੰ ਮੈਂ ਸੁਪਨੇ ਵਿੱਚ ਜਿਸ ਮਾਤਾ ਦੇ ਦਰਸ਼ਨ ਕੀਤੇ ਨੇ ਉਹ ਮੇਰੇ ਤੇ ਬੜੀ ਨਾਰਾਜ਼ ਸੀ, ਉਹ ਮੇਰੇ ਨਾਲ ਬੜੀ ਗੁੱਸੇ ਵਿੱਚ ਸੀ ਤੇ ਮਹਾਰਾਜ ਉਹਨੇ ਬੜੇ ਵਾਕ ਮੈਨੂੰ ਕਹੇ। ਉਹਨਾਂ ਦੇ ਵਾਕ ਸੁਣ ਕੇ ਮੈਂ ਮੁੜ ਕੇ ਤੁਹਾਡੇ ਕੋਲ ਆਇਆ। ਪਰ ਮਹਾਰਾਜ ਹੁਣ ਮੇਰੇ ਮਨ ਦੇ ਵਿੱਚ ਇਹ ਗੱਲ ਦਾ ਸੰਸਾ ਹੈ
ਕਿ ਹੁਣ ਉਹ ਮਾਤਾ ਮੇਰੇ ਤੇ ਪ੍ਰਸੰਨ ਹੋਈ ਹੈ ਕਿ ਨਹੀਂ ਹੋਈ ਇੱਥੇ ਆ ਗਿਆ ਤਾਂ, ਕਿਉਂਕਿ ਰਾਤ ਨੂੰ ਤਾਂ ਉਹ ਬੜੀ ਗੁੱਸੇ ਵਿੱਚ ਸੀ ਤੇ ਹੁਣ ਮੈਂ ਤੁਹਾਡੇ ਕੋਲ ਵਾਪਸ ਆਇਆ। ਹੁਣ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਆਉਂਦਾ ਹੈ ਕਿ ਹੁਣ ਉਹ ਜਗ ਮਾਤਾ ਮੇਰੇ ਤੇ ਪ੍ਰਸੰਨ ਹੋਈ ਹੈ ਜਾਂ ਨਹੀਂ ਹੋਈ। ਇਹ ਸੰਦੇ ਮਾਉਰ ਮੇਰੇ ਮਿਟੇ ਨਾ ਬਿਨਾ ਭਗਵਤੀ ਹੀਰੇ। ਸੰਦੇਹ ਹੈ ਮੇਰੇ ਮਨ ਵਿੱਚ, ਸੰਸਾ ਹੈ, ਜਦੋਂ ਤੱਕ ਮੈਂ ਭਗਵਤੀ ਦੇ ਦਰਸ਼ਨ ਨਹੀਂ ਕਰ ਲੈਂਦਾ, ਦੁਬਾਰਾ ਵੇਖ ਨਹੀਂ ਲੈਂਦਾ ਉਹਨੂੰ ਵੀ ਉਹ ਮੇਰੇ ਤੇ ਖੁਸ਼ ਹੈ ਵੀ ਕਿ ਨਹੀਂ, ਉਦੋਂ ਤੱਕ ਮੇਰਾ ਇਹ ਸੰਸਾ ਨਿਵਰਤ ਨਹੀਂ ਹੋਣਾ। ਮਹਾਰਾਜ ਉਦੋਂ ਤੱਕ ਮੇਰਾ ਇਹ ਸੰਦੇਹ ਖਤਮ ਨਹੀਂ ਹੋਣਾ। ਤੁਮ ਸਮਰੱਥ ਸਭ ਚੀਤ ਰੀਤ ਮਹਾਨਾ, ਕਿਰਪਾ ਕਰੋ ਸੰਸੇ ਉਰਹਾਨਾ। ਇਹ ਸਤਿਗੁਰੂ ਜੀ ਤੁਸੀਂ ਬੜੇ ਸਮਰੱਥ ਹੋ, ਸਰਬ ਕਲਾ ਸਰਬੱਗ ਹੋ। ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਹੈ ਮੇਰੀ, ਤੁਸੀਂ ਮੇਰੀ ਇਹ ਅਭਿਲਾਖਾ ਜਿਹੜੀ ਹੈ ਇਹ ਕਿਰਪਾ ਕਰਕੇ ਪੂਰੀ ਕਰ ਦਿਓ ਕਿ ਮੈਂ ਵੇਖਣਾ ਚਾਹੁੰਦਾ ਹੁਣ ਜਗਤ ਮਾਤਾ ਨੂੰ ਦੁਬਾਰਾ ਕਿ ਉਹ ਮੇਰੇ ਤੇ ਖੁਸ਼ ਹੈ ਵੀ ਕਿ ਨਹੀਂ, ਕਿਉਂਕਿ ਭਗਤ ਜੋ ਸੀ ਉਹਦਾ ਉਹ ਮੇਰੇ ਤੇ ਹੁਣ ਇੱਥੇ ਆਉਣ ਕਰਕੇ ਪ੍ਰਸੰਨ ਹੋਈ ਹੈ ਕਿ ਨਹੀਂ ਹੋਈ। ਮਹਾਰਾਜ ਕਿਰਪਾ ਕਰਕੇ ਦਇਆ ਕਰੋ, ਮੈਂ ਹੁਣ ਉਹਨੂੰ ਵੇਖਣਾ ਚਾਹੁੰਦਾ ਹਾਂ। ਸੁਣ ਸ਼੍ਰੀ ਸਤਿਗੁਰ ਬਿਗਸੇ ਭਾਖਿਓ, ਇਮ ਵੀ ਹੋਏ ਜਥਾ ਅਭਲਾਖਿਓ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸ ਪਏ ਤੇ ਮਹਾਰਾਜ ਜੀ ਕਹਿੰਦੇ ਅੱਛਾ ਭਾਈ ਤੂੰ ਜੇ ਦਰਸ਼ਨ ਕਰਨਾ ਚਾਹੁੰਦਾ ਦੇਵੀ ਦੇ ਚਾਲੇ ਵੀ ਤੇਰੀ ਇੱਛਾ ਪੂਰੀ ਕਰ ਦਿੰਦੇ। ਤੂੰ ਚਾਹੁੰਦਾ ਦੇਵੀ ਨੂੰ ਵੇਖਣਾ ਤੇ ਤੇਰੀ ਇਹ ਅਭਲਾਖਾ ਵੀ ਅਸੀਂ ਇਸੇ ਤਰ੍ਹਾਂ ਪੂਰੀ ਕਰ ਦਿੰਦੇ ਆ। ਸ਼ਕਤ ਨ ਅਸ ਜੇ ਦੁਰਗਾ ਹੀਰੈ, ਹੋਏ ਬਿਦਤ ਠਹਿਰੇ ਨਾ ਅਗੇਰੈ। ਮਹਾਰਾਜ ਜੀ ਕਹਿੰਦੇ ਪਰ ਪੰਡਤ ਜੀ ਇਹ ਗੱਲ ਵੇਖ ਲਓ ਵੀ ਜਦੋਂ ਤੁਸੀਂ ਸ਼ਕਤੀ ਨੂੰ ਵੇਖੋਗੇ ਨਾ ਦੁਰਗਾ ਨੂੰ, ਉਹਦਾ ਸਾਰਾ ਪ੍ਰਤਾਪ ਵੇਖ ਕੇ ਤੁਹਾਡੇ ਕੋਲੋਂ ਚੱਲਿਆ ਨਹੀਂ ਜਾਣਾ, ਤੁਸੀਂ ਉਹਦੇ ਸਾਹਮਣੇ ਖਲੋ ਨਹੀਂ ਸਕੋਗੇ, ਇੰਨਾ ਉਹਦਾ ਚੰਡ ਪ੍ਰਤਾਪ ਹੈ। ਤੇ ਤੁਸੀਂ ਉਹਦਾ ਚੰਡੀ ਦਾ ਚੰਡ ਪ੍ਰਤਾਪ ਜਿਹੜਾ ਹੈ ਉਹ ਉਸ ਵਕਤ ਚੰਗੀ ਤਰ੍ਹਾਂ ਵੇਖ ਨਹੀਂ ਸਕੋਗੇ। ਵਿਖਾ ਸੀ ਤੁਹਾਨੂੰ ਦਿੰਨੇ ਆ ਪਰ ਤੁਸੀਂ ਵੇਖ ਕੇ ਚੱਲ ਨਹੀਂ ਸਕੋਗੇ। ਇਸ ਗਤ ਕੋ ਔਰ ਲਿਓ ਵਿਚਾਰੀ, ਸੁਨ ਖੇਡੇ ਪੁਨ ਗਿਰਾ ਉਚਾਰੀ। ਇਹ ਗੱਲ ਆਪਣੇ ਮਨ 'ਚ ਵਿਚਾਰ ਕਰ ਲੈ ਵੀ ਤੈਨੂੰ ਉਹਦੇ ਦਰਸ਼ਨ ਨਹੀਂ ਹੋਣੇ ਪੂਰੇ, ਤੂੰ ਕਰ ਵੀ ਨਹੀਂ ਸਕੇਗਾ ਉਹਦਾ ਪ੍ਰਤਾਪ ਇੰਨਾ ਚੰਡੀ ਦਾ। ਤੇ ਇਹ ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਭਾਈ ਖੇਡਾ ਜੀ ਬੋਲੇ, ਕਰਨਾ ਕਰੋ ਦਿਖਾਵੋ ਮੋਹੀ, ਸੌ ਸਕਲੀ ਜਸ ਗਤ ਹੋਏ। ਇਹ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਬਸ ਵਿਖਾ ਦਿਓ ਇੱਕ ਵਾਰੀ, ਭਾਵੇਂ ਵੇਖਿਆ ਜਾਵੇ ਨਾ ਵੇਖਿਆ ਜਾਵੇ, ਬਸ ਮੈਂ ਇੱਕ ਵਾਰੀ ਵੇਖਣਾ ਚਾਹੁੰਦਾ, ਭਾਵੇਂ ਉਹਦੀ ਝਲਕ ਹੀ ਦਿਸ ਜੇ, ਇੱਕ ਝਲਕ ਹੀ ਵੇਖ ਕੇ ਮਹਾਰਾਜ ਮੈਂ ਓਨੇ 'ਚ ਹੀ ਮੇਰੇ ਮਨ ਦਾ ਸੰਸਾ ਖਤਮ ਹੋ ਜਾਏਗਾ। ਆਪ ਜੀ ਕਿਰਪਾ ਕਰੋ ਮੈਨੂੰ ਵਿਖਾ ਦਿਓ। ਸ਼੍ਰੀ ਪ੍ਰਭ ਬੱਲੂ ਸੰਗ ਬਖਾਨਾ, ਇਸਕੋ ਗੋ ਪਾਨ ਮੈਂ ਪਾਨਾ। ਸੁਣ ਕੇ ਭਾਈ ਬੱਲੂ ਨੂੰ ਸਤਿਗੁਰੂ ਜੀ ਕਹਿਣ ਲੱਗੇ, ਭਾਈ ਬੱਲੂ ਜੀ ਏਦਾਂ ਕਰੋ, ਪੰਡਤ ਜੀ ਦਾ ਹੱਥ 'ਚ ਫੜੋ ਤੇ ਇਹਨਾਂ ਨੂੰ ਲੈ ਜਾਓ ਨਾਲ, ਇਹਨਾਂ ਦਾ ਹੱਥ ਆਪਣੇ ਹੱਥ 'ਚ ਫੜੋ ਤੇ ਇਹਨਾਂ ਨੂੰ ਨਾਲ ਲੈ ਜਾਓ। ਅਬ ਲੈ ਜਾਓ बीच ਚੋਬਾਰੇ, ਜਗ ਮਾਤਾ ਕੇ ਦਰਸ ਨਿਆਰੇ। ਇਹਨਾਂ ਨੂੰ ਫੜ ਕੇ ਹੱਥ ਇਹਨਾਂ ਨੂੰ ਸਾਡੇ ਚੁਬਾਰੇ ਵਿੱਚ ਲੈ ਜਾਓ, ਚੁਬਾਰਾ ਸਾਹਿਬ 'ਚ ਉੱਥੇ ਲੈ ਜਾਓ, ਉੱਥੇ ਇਹਨਾਂ ਨੂੰ ਦੇਵੀ ਦੇ ਦਰਸ਼ਨ ਹੋ ਜਾਣਗੇ। ਜਿਹੜੀ ਦੇਵੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਸਾਡੇ ਚੁਬਾਰੇ 'ਚ ਹੋ ਜਾਣਗੇ। ਸਤਿਗੁਰੂ ਜੀ ਇੱਥੇ ਸੰਕੇਤ ਦੇਣਾ ਚਾਹੁੰਦੇ ਨੇ, ਦੱਸਣਾ ਚਾਹੁੰਦੇ ਨੇ ਕਿ ਜਿਸ ਦੇਵੀ ਦਾ ਇਹ ਭਗਤ ਆ ਉਹ ਦੇਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਵਿੱਚ ਹਰ ਵੇਲੇ ਹਾਜ਼ਰ ਹੈ ਔਰ ਝਾੜੂ ਫੇਰਦੀ ਹੈ। ਕੋਟ ਦੁਰਗਾ ਜਾਂ ਕੈ ਮਰਦਨ ਕਰੈ, ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਵਾਕ ਹੈ। ਕੋਟ ਦੁਰਗਾ, ਇੱਕ ਦੁਰਗਾ ਨਹੀਂ, ਕਰੋੜਾਂ ਦੁਰਗਾਵਾਂ ਉਹ ਸਤਿਗੁਰੂ ਜੀ ਦੇ ਚਰਨਾਂ ਨੂੰ ਹਰ ਵੇਲੇ ਝੱਸਦੀਆਂ ਰਹਿੰਦੀਆਂ ਤੇ ਕਹਿੰਦੀਆਂ ਨੇ ਪਾਤਸ਼ਾਹ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ, ਸਾਡੇ ਤੇ ਦਇਆ ਕਰੋ, ਰਹਿਮਤ ਕਰੋ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ। ਮਹਾਰਾਜ ਜੀ ਕਹਿੰਦੇ ਭਾਈ ਬੱਲੂ ਜੀ ਲੈ ਜਾਓ ਇਹਨਾਂ ਨੂੰ ਨਾਲ ਹੱਥ ਫੜ ਕੇ ਤੇ ਸਾਡੇ ਚੁਬਾਰੇ ਵਿੱਚ ਲੈ ਜਾਓ, ਉੱਥੇ ਇਹਨਾਂ ਨੂੰ ਇਹਨਾਂ ਦੀ ਜਗ ਮਾਤਾ ਜਿਹੜੀ ਦੇਵੀ ਆ ਉਹਦੇ ਦਰਸ਼ਨ ਹੋ ਜਾਣਗੇ। ਸੁਣ ਆ ਗਿਆ ਬੱਲੂ ਗੈ ਕਰ ਕੋ, ਅੰਤਰ ਜਾਏ ਦਿਖਾਇਓ ਘਰ ਕੋ। ਮਹਾਰਾਜ ਜੀ ਦੀ ਆਗਿਆ ਸੁਣ ਕੇ ਭਾਈ ਬੱਲੂ ਜੀ ਲੈ ਗਏ ਹੱਥ ਫੜ ਕੇ ਇਹਨਾਂ ਦਾ
ਤੇ ਹੱਥ ਪਕੜ ਕੇ ਇਹਨਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਚੁਬਾਰਾ ਸਾਹਿਬ ਲੈ ਕੇ ਗਏ ਔਰ ਚੁਬਾਰੇ ਦੇ ਅੰਦਰ ਜਾ ਕੇ ਮਹਾਰਾਜ ਜੀ ਦਾ ਦਰਬਾਰ ਵਿਖਾਇਆ। ਦੇਖਿਓ ਦੀਪਤ ਤੇਜ ਰਵ ਜੈਸਾ, ਅਸਤਰ ਬਸਤਰ ਤੇ ਸ਼ੁਭਤ ਵਿਸ਼ੇਸ਼ਾ। ਜਦੋਂ ਆ ਕੇ ਸਤਿਗੁਰਾਂ ਦੇ ਚੁਬਾਰੇ ਵਿੱਚ ਵੇਖਿਆ ਨਾ ਤੇ ਸੂਰਜ ਵਰਗਾ ਪ੍ਰਕਾਸ਼, ਪ੍ਰਕਾਸ਼ ਇੰਨਾ ਪ੍ਰਕਾਸ਼ ਵੀ ਸੂਰਜ ਵਾਂਗੂ, ਤੇ ਸੂਰਜ ਜੈਸਾ ਪ੍ਰਕਾਸ਼, ਅਸਤਰ ਸ਼ਸਤਰ ਸਾਰੇ ਸਰੀਰ ਦੇ ਉੱਤੇ ਸ਼ੋਭਨੀਕ ਹੋ ਰਹੇ ਨੇ। ਅਸ਼ਟ ਪੁਜਾ ਜਬ ਦੇਖਨ ਕਰੀ, ਦਿਜਬਰ ਨੇ ਸੁਧ ਬੁੱਧ ਸਭ ਹਰੀ। 8 ਬਾਹਾਂ ਵੇਖੀਆਂ ਜਦੋਂ ਨਾ, ਅਸ਼ਟ ਭੁਜੀ 8 ਬਾਹਾਂ ਵੇਖੀਆਂ ਦੁਰਗਾ ਦੀਆਂ, ਤੇ ਵੇਖਦਿਆਂ ਪੰਡਤ ਜੀ ਨੂੰ ਮਹਾਰਾਜ ਜੀ ਨੇ ਪਹਿਲਾਂ ਹੀ ਕਿਹਾ ਸੀ ਵੀ ਤੇਰੇ ਕੋਲੋਂ ਵੇਖਿਆ ਨਹੀਂ ਜਾਣਾ ਉਹਦਾ ਪ੍ਰਤਾਪ। ਜਦੋਂ ਵਿਖਾਇਆ ਤੇ ਕਹਿੰਦੇ ਵੇਖਦਿਆਂ 8 ਭੁਜਾਵਾਂ, ਬੜਾ ਸੂਰਜ ਜੈਸਾ ਤੇਜ, ਤੇ ਵੇਖਦਿਆਂ ਪੰਡਤ ਸੋਇਨਾ ਖੇਡਾ ਸੋਇਨੀ ਜੀ ਦੀ ਜਿਹੜੀ ਸੁਧ ਬੁੱਧ ਸੀ ਉਹ ਹਰੀ ਗਈ, ਮਤ ਚੱਕਰਤ ਹੋ ਗਈ। ਵਿਆਕੁਲ ਹੋਏ ਧਰਨ ਗਿਰ ਪਰਿਓ, ਵਿਆਕੁਲ ਹੋ ਕੇ ਜ਼ਮੀਨ ਤੇ ਬੇਹੋਸ਼ ਹੋ ਕੇ ਖੇਡਾ ਸੋਇਨੀ ਜੀ ਡਿੱਗ ਪਏ। ਮੂਰਛਿਤ ਪਰਿਓ ਪ੍ਰਾਨ ਜਨ ਹਰਿਓ, ਕਹਿੰਦੇ ਮੂਰਛਿਤ ਹੋ ਗਏ, ਮਾਨੋ ਜਿਵੇਂ ਸਾਹ ਹੀ ਨਿਕਲ ਗਏ ਹੁਣ ਸਰੀਰ ਚੋਂ, ਏਦਾਂ ਮੂਰਛਿਤ ਹੋ ਕੇ ਡਿੱਗ ਪਏ। ਬੱਲੂ ਨੇ ਸਭ ਸੁਧ ਸੁਨਾਈ, ਗੁਰੂ ਕਯੋ ਲੈ ਆਓ ਉਠਾਈ। ਭਾਈ ਬੱਲੂ ਜੀ ਉਹਨੂੰ ਉੱਥੇ ਹੀ ਛੱਡ ਕੇ ਨਾ, ਵੀ ਇਹ ਤਾਂ ਬੇਹੋਸ਼ ਹੋ ਗਿਆ, ਭੱਜ ਕੇ ਸਤਿਗੁਰਾਂ ਕੋਲ ਆਏ। ਭਾਈ ਬੱਲੂ ਨੇ ਮਹਾਰਾਜ ਜੀ ਨੂੰ ਆ ਕੇ ਦੱਸਿਆ, ਪਾਤਸ਼ਾਹ ਜੀ ਵੀ ਉਹ ਪੰਡਤ ਜੀ ਤਾਂ ਬੇਹੋਸ਼ ਹੋ ਕੇ ਡਿੱਗ ਪਏ ਨੇ ਉੱਥੇ, ਏਦਾਂ ਲੱਗਦਾ ਵੀ ਜਿਵੇਂ ਉਹਨਾਂ 'ਚ ਪ੍ਰਾਣ ਹੀ ਨਹੀਂ। ਮਹਾਰਾਜ ਜੀ ਕਹਿੰਦੇ ਨਹੀਂ ਭਾਈ ਉਹ ਜਿਉਂਦਾ ਹਾਲੇ, ਜਾਓ ਉਹਨੂੰ ਚੁੱਕ ਕੇ ਸਾਡੇ ਕੋਲ ਲੈ ਆਓ। ਸਤਿਗੁਰੂ ਜੀ ਨੇ ਬਚਨ ਕਿਹਾ ਵੀ ਉਹਨੂੰ ਚੁੱਕ ਕੇ ਸਾਡੇ ਕੋਲ ਲੈ ਆਓ। ਤਿੰਨ ਬਲ ਕਰਕੇ ਤਾਏ ਉਠਾਵਾ, ਆਨ ਪ੍ਰਭੂ ਕੇ ਪਾਇਲ ਪਾਵਾ। 4 ਸਿੱਖ ਗਏ ਤੇ ਜਾ ਕੇ ਉਹ ਪੰਡਤ ਜੀ ਨੂੰ ਉੱਥੋਂ ਚੁੱਕਿਆ ਤੇ ਚੁੱਕ ਕੇ ਸਤਿਗੁਰਾਂ ਕੋਲ ਲਿਆਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਲਿਆ ਕੇ ਲਟਾ ਦਿੱਤਾ। ਪਿਕ ਸ਼੍ਰੀ ਅਮਰਦਾਸ ਤਿਸ ਕਾਲਾ, ਗਹਿ ਕੇ ਚਿਬਕ ਉਠਾਏ ਬਿਠਾਲਾ। ਉਹਦਾ ਹੀ ਸਤਿਗੁਰਾਂ ਦੇ ਚਰਨਾਂ ਤੇ ਲਿਆ ਕੇ ਰੱਖਿਆ ਉਹਨੂੰ, ਤੇ ਸਤਿਗੁਰਾਂ ਨੇ ਉਹਦੀ ਠੋਡੀ ਫੜੀ ਪੰਡਤ ਜੀ ਦੀ, ਤੇ ਠੋਡੀ ਤੋਂ ਪਕੜ ਕੇ ਸਿਰ ਉੱਪਰ ਨੂੰ ਚੁੱਕਿਆ, ਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਠਾ ਕੇ ਬਿਠਾਲ ਦਿੱਤਾ। ਮਨੋ ਮ੍ਰਿਤਕ ਭਾ ਪੁਨੈ ਜਿਵਾਇਓ, ਖੁੱਲੇ ਨੇਤਰ ਗੁਰ ਦਰਸ਼ਨ ਪਾਇਓ। ਕਹਿੰਦੇ ਮਾਨੋ ਪੰਡਤ ਜੀ ਮਰ ਚੁੱਕੇ ਸਨ ਤੇ ਮੁਰਦੇ ਨੂੰ ਸਤਿਗੁਰੂ ਜੀ ਨੇ ਦੁਬਾਰਾ ਜੀਵਨ ਦਾਨ ਦੇ ਦਿੱਤਾ ਹੋਵੇ, ਮੁਰਦੇ ਨੂੰ ਮਾਨੋ ਦੁਬਾਰਾ ਜਵਾ ਦਿੱਤਾ ਹੋਵੇ। ਕਹਿੰਦੇ ਪੰਡਤ ਜੀ ਦੇ ਨੇਤਰ ਖੁੱਲੇ, ਜਦੋਂ ਅੱਖਾਂ ਖੁੱਲੀਆਂ ਤੇ ਸਾਹਮਣੇ ਧੰਨ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪ੍ਰਾਪਤ ਹੋਏ। ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਦੇਖ ਪ੍ਰਭਾਵ ਚਕਤ ਚਿਤ ਰਹਿਓ, ਕਰ ਜੋਰਤ ਗੁਰ ਸੋ ਬਚ ਕਯੋ। ਮਹਾਰਾਜ ਜੀ ਦਾ ਪ੍ਰਭਾਵ ਵੇਖ ਕੇ ਬੜੇ ਚਕਰਿਤ ਹੋਏ, ਹੈਰਾਨ ਹੋਏ, ਤੇ ਹੱਥ ਜੋੜ ਕੇ ਪੰਡਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ, ਦੇਹੋ ਸ਼ਰਨ ਕਰੀਐ ਨਿਜ ਦਾਤ, ਬਨੋ ਕਿਰਤਾਰਥ ਪੂਰੋ ਆਸ। ਪੰਡਤ ਖੇਡਾ ਸੋਇਨੀ ਜੀ ਸਤਿਗੁਰਾਂ ਨੂੰ ਕਹਿਣ ਲੱਗੇ, ਗਰੀਬ ਨਵਾਜ ਕਿਰਪਾ ਕਰੋ ਮੈਨੂੰ ਆਪਣੀ ਸ਼ਰਨ 'ਚ ਰੱਖ ਲਓ। ਤੁਹਾਡੇ ਤਾਂ ਚਰਨਾਂ ਵਿੱਚ ਮਹਾਰਾਜ ਸ਼ਕਤੀਆਂ ਦੁਰਗਾ ਆਪ ਆ ਕੇ ਬੈਠੀਆਂ ਨੇ, ਤੇ ਮੈਂ ਤੁਹਾਨੂੰ ਛੱਡ ਕੇ ਉਹਨਾਂ ਪਿੱਛੇ ਕਿਉਂ ਟੁਰਿਆ ਫਿਰਾਂ। ਪਾਤਸ਼ਾਹ ਤਰਸ ਕਰੋ, ਮੈਨੂੰ ਆਪਣੀ ਸ਼ਰਨ 'ਚ ਰੱਖ ਲਓ, ਮੈਨੂੰ ਆਪਣਾ ਦਾਸ ਬਣਾ ਲਓ, ਮੇਰਾ ਜੀਵਨ ਕਿਰਤਾਰਥ ਹੋ ਜਾਏ, ਮੇਰੀ ਜ਼ਿੰਦਗੀ ਸਫਲ ਹੋ ਜਾਏ, ਇਹ ਮੇਰੀ ਆਸ ਹੈ, ਇਹ ਮੇਰਾ ਮਨੋਰਥ ਹੈ। ਆਪ ਜੀ ਕਿਰਪਾ ਕਰਕੇ ਪੂਰਨ ਕਰ ਦਿਓ। ਵਿਗਸੇ ਸਤਿਗੁਰ ਬੋਰ ਉਚਾਰਾ, ਸੁਨ ਖੇਡਾ ਤੂੰ ਦਾਸ ਹਮਾਰਾ। ਸੁਣ ਕੇ ਸਤਿਗੁਰੂ ਜੀ ਹੱਸੇ, ਮੁਸਕਰਾਏ। ਮੁਸਕਰਾਉਂਦੇ ਆ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਭਾਈ ਖੇਡਾ ਜੀ ਤੁਸੀਂ ਸਾਡੇ ਦਾਸ ਹੋ, ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਵਕ ਹੋ, ਅੱਜ ਤੋਂ ਬਾਅਦ ਗੁਰੂ ਘਰ ਦੇ ਦਾਸ ਹੋ। ਕਰੋ ਸਦਾ ਗੁਰ ਘਰ ਕੀ ਸੇਵਾ, ਜਪ ਸਤਨਾਮ ਮੰਤਰ ਗੁਰ ਦੇਵਾ। ਅੱਜ ਤੋਂ ਬਾਅਦ ਸਦਾ ਗੁਰੂ ਘਰ ਦੀ ਸੇਵਾ ਕਰੋ। ਔਰ ਭਾਈ ਖੇਡਾ ਜੀ ਨਾਲ ਨਾਲ ਸੇਵਾ ਕਰਦਿਆਂ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਇਹ ਸੇਵਾ ਦੇ ਨਾਲ ਸਿਮਰਨ ਵੀ ਜ਼ਰੂਰੀ ਹੈ। ਪ੍ਰੇਮ ਤਾਂ ਹੋਵੇ ਨਾ ਹਿਰਦੇ 'ਚ, ਪ੍ਰੇਮ ਨਾਲ ਸੇਵਾ ਸਿਮਰਨ,
ਇਹ ਦੋਵੇਂ ਫਲੀ ਭੂਤ ਹੁੰਦੇ ਨੇ। ਪਾਤਸ਼ਾਹ ਕਹਿੰਦੇ ਸੇਵਾ ਕਰੋ ਗੁਰੂ ਘਰ ਦੀ ਤੇ ਨਾਲ ਨਾਲ ਸਿਮਰਨ ਕਰਿਆ ਕਰੋ ਸੱਚੇ ਨਾਮ ਦਾ। ਮਿਲੈ ਜੋ ਤੋਏ ਦਿਓ ਉਪਦੇਸ਼ਾ। ਅੱਜ ਤੋਂ ਬਾਅਦ ਜਿਹੜਾ ਤੁਹਾਨੂੰ ਕੋਈ ਆ ਕੇ ਮਿਲੇ ਉਹਨੂੰ ਵੀ ਤੁਸੀਂ ਸੱਚੇ ਨਾਮ ਦਾ ਉਪਦੇਸ਼ ਦੇਣਾ ਹੈ। ਜਿਹੜਾ ਤੁਹਾਨੂੰ ਮਿਲੇ ਜਪਣਾ ਵੀ ਜਪਾਉਣਾ। ਗੁਰਸਿੱਖੀ ਦਾ ਜਿਹੜਾ ਸਿਧਾਂਤ ਆ ਉਹ ਕੱਲੇ ਜਪਣ ਦਾ ਨਹੀਂ ਹੈ। ਗੁਰਸਿੱਖੀ ਦਾ ਸਿਧਾਂਤ ਹੈ ਆਪ ਜਪੋ ਅਬਰਹਿ ਨਾਮ ਜਪਾਵੋ। ਆਪ ਵੀ ਜਪੋ ਤੇ ਦੂਜਿਆਂ ਨੂੰ ਵੀ ਜਪਾਓ। ਇਹ ਸਿੱਖੀ ਦਾ ਸਿਧਾਂਤ। ਪਾਤਸ਼ਾਹ ਕਹਿੰਦੇ ਭਾਈ ਖੇਡਾ ਜੀ ਅੱਜ ਤੋਂ ਬਾਅਦ ਜਿਹੜਾ ਕੋਈ ਤੁਹਾਨੂੰ ਹੋਰ ਪ੍ਰੇਮੀ ਸੇਵਕ ਮਿਲੇ ਉਹਨੂੰ ਵੀ ਸੱਚਾ ਨਾਮ ਜਪਾਉਣਾ ਹੈ। ਦਿਓ ਉਪਦੇਸ਼ਾ ਸਿੱਖੀ ਕੋ ਵਿਸਤਾਰ ਵਿਸ਼ੇਸ਼ਾ। ਉਹਨਾਂ ਨੂੰ ਉਪਦੇਸ਼ ਦੇਣਾ ਏਦਾਂ ਤੁਸੀਂ ਸਿੱਖੀ ਦਾ ਵਿਸਥਾਰ ਕਰਨਾ। ਅੱਜ ਤੋਂ ਬਾਅਦ ਭਾਈ ਖੇਡਾ ਸੋਇਨੀ ਜੀ ਤੁਸੀਂ ਗੁਰੂ ਘਰ ਦੇ ਪ੍ਰਚਾਰਕ, ਤੁਸੀਂ ਗੁਰੂ ਘਰ ਦੇ ਪ੍ਰਚਾਰਕ ਹੋ ਤੇ ਤੁਸੀਂ ਪ੍ਰਚਾਰ ਕਰਕੇ ਗੁਰਸਿੱਖੀ ਦਾ ਵਿਸਥਾਰ ਕਰਨਾ ਹੈ। ਏਮ ਕਹਿ ਕਿਰਪਾ ਦ੍ਰਿਸ਼ਟ ਸੋ ਹੀਰਾ। ਏਦਾਂ ਕਹਿ ਕੇ ਸਤਿਗੁਰਾਂ ਨੇ ਕਿਰਪਾ ਭਰੀ ਨਿਗਾਹ ਨਾਲ ਵੇਖਿਆ। ਉਪਜਿਓ ਬ੍ਰਹਮ ਗਿਆਨ ਤਿਸ ਬੇਰਾ। ਕਹਿੰਦੇ ਬਸ ਉਸੇ ਵੇਲੇ ਅੰਦਰ ਬ੍ਰਹਮ ਗਿਆਨ ਦੇ ਫੁਹਾਰੇ ਪੈਦਾ ਹੋ ਗਏ, ਝਰਨੇ ਚੱਲ ਪਏ ਅੰਦਰ। ਅੰਮਿਓ ਵਰਸਾ ਨਿਜਰ ਧਾਰਾ। ਉਹ ਅਵਰਤ ਦੀਆਂ ਧਾਰਾਵਾਂ ਅੰਦਰ ਵਹਿ ਟੁਰੀਆਂ। ਬ੍ਰਹਮ ਗਿਆਨ ਦਾ ਗਿਆਨ ਉਜਾਗਰ ਹੋ ਗਿਆ। ਕਰ ਅਜ਼ਮਤ ਜੁਤ ਦੀਨ ਵਿਦਾਈ। ਸਤਿਗੁਰੂ ਜੀ ਨੇ ਏਦਾਂ ਕਰਾਮਾਤਾਂ ਸਹਿਤ ਕਰਕੇ ਭਾਈ ਖੇਡਾ ਸੋਇਨੀ ਜੀ ਨੂੰ ਵਿਦਾਈ ਦਿੱਤੀ ਹੈ। ਰਾਮ ਨਾਮ ਕੀ ਔਰ ਲਿਵ ਲਾਈ। ਔਰ ਉਹਨਾਂ ਦੇ ਹਿਰਦੇ ਵਿੱਚ ਰਾਮ ਦੇ ਨਾਮ ਦੀ ਲਿਵ ਲਾ ਦਿੱਤੀ ਆ ਵੀ ਸੁਰਤ ਜੁੜ ਗਈ ਆ ਨਾਮ ਨਾਲ। ਭੁਗਤ ਮੁਕਤ ਲੈ ਘਰ ਕੋ ਗਇਓ। ਨਰ ਅਨੇਕ ਕੋ ਸੰਕਟ ਹੈਓ। ਭੁਗਤੀ ਔਰ ਮੁਕਤੀ ਦੋਵੇਂ ਚੀਜ਼ਾਂ ਸਤਿਗੁਰਾਂ ਕੋਲੋਂ ਲੈ ਕੇ ਭਾਈ ਖੇਡਾ ਸੋਇਨੀ ਜੀ ਘਰ ਗਏ, ਜਿਨ੍ਹਾਂ ਦੀ ਸੰਗਤ ਕਰਕੇ ਹੋਰ ਵੀ ਬੜੇ ਤਰੇ, ਹੋਰਾਂ ਦੀ ਵੀ ਬੜਿਆਂ ਦੀ ਕਲਿਆਣ ਹੋਈ। ਜਿਨ ਜਿਨ ਸੰਗਤ ਤਿਸ ਕੀ ਕੀਨ ਤਿਨੋ ਨਹੀਂ ਜਮ ਕੋ ਦੁਖ ਲੀਨ। ਜਿਨ੍ਹਾਂ ਨੇ ਭਾਈ ਖੇਡੇ ਸੋਇਨੇ ਦੀ ਸੰਗਤ ਕੀਤੀ ਉਹਨਾਂ ਨੇ ਵੀ ਜੰਮਾਂ ਦੇ ਮਾਰਗ ਨਹੀਂ ਜਾਣਾ ਕੀਤਾ। ਉਹਨਾਂ ਦੀਆਂ ਵੀ ਜੰਮਾਂ ਦੀਆਂ ਫਾਹੀਆਂ ਕੱਟੀਆਂ ਗਈਆਂ। ਸਤਿਗੁਰ ਕੀ ਸਿੱਖੀ ਬਿਰਧਾਈ ਦਰਸ਼ਨ ਪਰਸੈ ਕਬ ਕਬ ਆਈ। ਕਹਿੰਦੇ ਇਸ ਤਰ੍ਹਾਂ ਸਤਿਗੁਰਾਂ ਦੀ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਭਾਈ ਖੇਡਾ ਸੋਇਨੀ ਜੀ ਨੇ। ਔਰ ਜਦੋਂ ਸਮਾਂ ਮਿਲਦਾ ਉਦੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਆਉਂਦੇ ਹਨ। ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ ਨਿਜ ਕੁਟੰਬ ਜੁਤ ਭਉ ਜਲ ਤਰੈ। ਜਿਨ੍ਹਾਂ ਤੇ ਸਤਿਗੁਰੂ ਜੀ ਆਪਣੀ ਕਿਰਪਾ ਕਰਦੇ ਨੇ ਉਹ ਆਪਣੇ ਕੁਟੰਬ ਪਰਿਵਾਰ ਸਮੇਤ ਇਸ ਭਵਜਲ ਤੋਂ ਤਰ ਜਾਂਦਾ ਹੈ। ਜਿੱਥੇ ਉਹ ਆਪ ਤਰਦਾ ਆਪਣੇ ਨਾਲ ਆਪਣਾ ਕੁਟੰਬ ਪਰਿਵਾਰ ਵੀ ਤਾਰ ਲੈਂਦਾ ਹੈ। ਇਹ ਸਤਿਗੁਰਾਂ ਦੇ ਨਾਮ ਦਾ ਪ੍ਰਤਾਪ ਹੈ। ਸਾਹਿਬ ਜੀ ਇਸੇ ਤਰ੍ਹਾਂ ਤਰਸ ਕਰ ਰਹੇ ਨੇ, ਦਇਆ ਕਰ ਰਹੇ ਨੇ। ਗੁਰੂ ਘਰ ਦੀ ਹੋਰ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤ